ਪਹਿਲਾ ਗੁਰੂ ਚਰਨਾਂ 'ਚ ਹਾਜ਼ਰੀ ਲਵਾਈ ਉਚਾਰਨ ਕਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਅੰਦਰ ਤਿਸਨਾ ਅਗ ਹੈ, ਮਨ ਮੁਖ ਭੁਖ ਨਾ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਵੀ ਮਨਮੁਖ ਦੇ ਅੰਦਰ ਨਾ ਤ੍ਰਿਸ਼ਨਾ ਦੀ ਅੱਗ ਹੈ ਤੇ ਮਨਮੁਖ ਦੀ ਕਦੇ ਭੁੱਖ ਨਹੀਂ ਜਾਂਦੀ, ਉਹ ਮਾਇਆ ਨਾਲ ਕਦੇ ਰੱਜਦਾ ਨਹੀਂ ਹੈ। ਜਿਵੇਂ ਅੱਗ ਹੈ, ਇਹਦੇ ਵਿੱਚ ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਅੱਗ ਨੂੰ ਕਦੇ ਤ੍ਰਿਪਤੀ ਨਹੀਂ ਆਉਂਦੀ ਹੈ। ਇਸ ਤਰ੍ਹਾਂ ਮਨਮੁਖ ਕਦੇ ਮਾਇਆ ਨਾਲ ਤ੍ਰਿਪਤ ਨਹੀਂ ਹੁੰਦਾ ਹੈ। ਤ੍ਰਿਸ਼ਨਾ ਦੀ ਅੱਗ ਕਦੇ ਬੁਝਦੀ ਨਹੀਂ ਹੈ। ਇੱਕ ਨੌਜਵਾਨ ਕਿਸੇ ਸਾਧੂ ਕੋਲ ਜਾਂਦਾ ਹੈ, ਇਹ ਤ੍ਰਿਸ਼ਨਾ ਵੱਧਦੀ ਹੈ, ਘਟਦੀ ਨਹੀਂ ਹੈ। ਦਿਨੋਂ ਦਿਨ ਜਿਵੇਂ ਜਿਵੇਂ ਮਨੁੱਖ ਦੀ ਉਮਰ ਵੱਧਦੀ, ਤ੍ਰਿਸ਼ਨਾ ਵੀ ਅੰਦਰ ਵੱਧਦੀ ਹੈ। ਚਾਹੀਦਾ ਸੀ ਮਨੁੱਖ ਨੂੰ ਤ੍ਰਿਪਤ ਹੋ ਜਾਣਾ, ਪਰ ਹੋਰ ਕੁਝ ਕਤਰ ਕਰਨ ਤੇ ਸਾਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੂਖ ਭੁਜੰਗ ਬਲਿਓ। ਇੱਕ ਨੌਜਵਾਨ ਸਾਧੂ ਕੋਲ ਜਾਂਦਾ ਹੈ, ਕਹਿੰਦਾ ਜੀ ਕੋਈ ਉਪਦੇਸ਼ ਦਿਓ। ਉਹ ਸਾਧੂ ਕਹਿੰਦੇ ਵੀ ਬੋਲ ਕੇ ਉਪਦੇਸ਼ ਦਿਆਂ ਜਾਂ ਲਿਖ ਕੇ ਦਿਆਂ ਕਿ ਜਾਂ ਪ੍ਰੈਕਟੀਕਲ। ਉਸ ਸਾਧੂ ਨੇ ਮਹਾਂਪੁਰਖ ਨੇ ਬਚਨ ਕਹੇ ਵੀ ਬੋਲ ਕੇ ਉਪਦੇਸ਼ ਦਿੱਤਾ ਵੀ ਬਹੁਤੇ ਮੰਨਦੇ ਨਹੀਂ ਹੈ, ਸੁਣਦੇ ਬਹੁਤ ਨੇ। ਲਿਖ ਕੇ ਵੀ ਦਿੱਤਾ, ਬਹੁਤੇ ਨਹੀਂ ਮੰਨਦੇ ਹੈ, ਬਹੁਤ ਘੱਟ ਨੇ। ਪੜ੍ਹ ਲੈਂਦੇ ਹੋਣਗੇ, ਮੰਨਦੇ ਨਹੀਂ। ਗੁਰੂ ਸਾਹਿਬ ਨੇ ਉਪਦੇਸ਼ ਲਿਖ ਕੇ ਦਿੱਤਾ ਨਾ, 1430 ਅੰਗ ਨੇ। ਕਿੰਨਿਆਂ ਕੁ ਨਹੀਂ ਮੰਨਿਆ ਜੀ ਉਪਦੇਸ਼? ਮਹਾਰਾਜ ਰੋਜ਼ ਬੋਲਦੇ ਨੇ, ਕਿੰਨਿਆਂ ਕੁ ਮੰਨਿਆ? ਕਹਿੰਦੇ ਜੀ ਇੱਕ ਪ੍ਰੈਕਟੀਕਲ ਹੁੰਦਾ ਹੈ। ਆਹ ਪ੍ਰੈਕਟੀਕਲ ਵੇਖ ਕੇ ਕਈ ਵਾਰੀ ਕਹਿੰਦਾ ਜੀ ਪ੍ਰੈਕਟੀਕਲ ਹੀ ਵਿਖਾਓ। ਫਿਰ ਸਾਧੂ ਕਹਿੰਦਾ ਵੀ ਐਂ ਕਰ ਵੀ ਆ ਕਾਗਜ਼ ਲੈ ਜਾ ਤੇ ਤੂੰ ਸ਼ਹਿਰ ਦੇ ਅੰਦਰੋਂ ਇਹ 3 ਚੀਜ਼ਾਂ ਲੈ ਕੇ ਆਉਣੀਆਂ। ਕਹਿੰਦਾ ਜੀ ਦੱਸੋ। ਉਹ ਮਹਾਂਪੁਰਖ ਨੇ ਕਾਗਜ਼ ਤੇ ਲਿਖ ਦਿੱਤਾ ਵੀ ਘਟੇ ਵਧੇ ਨਾ ਵਧੇ ਨਾ ਘਟੇ। ਕਹਿੰਦੇ ਲੈ ਕੇ ਆਓ। ਚਲੋ ਜੀ, ਉਹਨੇ ਸੋਚਿਆ ਨੌਜਵਾਨ ਨੇ ਵੀ ਕਿਤੇ ਚਲੋ ਮਹਾਂਪੁਰਖ ਜਿਹੜੇ ਸਾਧੂ ਸੰਤ ਹੁੰਦੇ ਨਾ, ਉਹ ਦੇਸੀ ਇਲਾਜ ਜਾਣਦੇ ਹੁੰਦੇ ਸਨ ਸਾਰੇ। ਉਹਨੂੰ ਐ ਵੀ ਚਲੋ ਪੰਸਾਰੀ ਦੀ ਦੁਕਾਨ ਤੋਂ ਇਹ ਕੋਈ ਚੀਜ਼ਾਂ ਮਿਲਣਗੀਆਂ ਜੋ ਇਹਨਾਂ ਲਿਖ ਦਿੱਤੀਆਂ, ਮੇਰੀ ਨੌਲੇਜ 'ਚ ਤੇ ਨਹੀਂ ਹੈ। ਉਹ ਸ਼ਹਿਰ ਚਲਾ ਜਾਂਦਾ ਜੀ ਨੌਜਵਾਨ, ਉਹ ਸਾਰਾ ਬਾਜ਼ਾਰ ਗਾਹ ਦਿੰਦਾ ਹੈ, ਉਹਨੂੰ ਕਿਤੇ ਉਹ ਕੁਝ ਨਹੀਂ, ਇਹੋ ਜਿਹੀ ਚੀਜ਼ ਨਹੀਂ ਮਿਲਦੀ। ਉਹ ਕਹਿੰਦੇ ਜੀ ਸਾਡੇ ਕੋਲ ਨਹੀਂ। ਬੁੱਢੇ ਪੰਸਾਰੀ ਸਾਲਾਂ ਬੱਧੀ ਦੁਕਾਨਾਂ ਜਿਨ੍ਹਾਂ ਨੇ ਪਾਈਆਂ ਨੂੰ ਹੋ ਗਿਆ, ਉਹਨਾਂ ਤੋਂ ਵੀ ਪੁੱਛਿਆ, ਕਹਿੰਦੇ ਜੀ ਇਹੀ ਤੇ ਕੋਈ ਚੀਜ਼ ਹੈ ਹੀ ਨਹੀਂ। ਉਹ ਵਾਪਸ ਆਉਣ ਲੱਗਾ ਤੇ ਇੱਕ ਮਹਾਂਪੁਰਖ ਸ਼ਹਿਰ ਤੋਂ ਬਾਹਰ ਬੈਠਾ, ਕਹਿੰਦਾ ਜੀ ਇਹਨੂੰ ਪੁੱਛ ਲੈਂਦੇ ਆ, ਹੋ ਸਕਦਾ ਵੀ ਉਸ ਗੱਲ ਤੋਂ ਵਾਕਫ ਹੋਵੇ ਤੇ ਇਸ ਮਹਾਂਪੁਰਖ ਨੂੰ, ਇਸ ਸਾਧੂ ਨੂੰ ਪੁੱਛ ਲੈਂਦੇ ਵੀ ਸ਼ਾਇਦ ਚੀਜ਼ ਮਿਲ ਜੇ। ਉਹ ਪਰਚੀ ਲੈ ਕੇ ਆ ਜਾਂਦਾ, ਕਹਿੰਦਾ ਮਹਾਂਪੁਰਖੋ ਕਿਸੇ ਤੁਹਾਡੇ ਵਰਗੇ ਮਹਾਂਪੁਰਖ ਨੇ ਲਿਖ ਕੇ ਦਿੱਤਾ, ਸਾਰਾ ਸ਼ਹਿਰ ਗਾ ਲਿਆ, ਕਿਤੋਂ ਕੁਝ ਮਿਲਿਆ ਨਹੀਂ। ਦੱਸੋ ਜੀ ਘਟੇ ਕੀ ਹੈ, ਵਧੇ ਕੀ ਹੈ? ਨਾ ਵਧੇ ਨਾ ਘਟੇ ਕਿੱਥੋਂ ਮਿਲੇਗਾ? ਉਹ ਮਹਾਂਪੁਰਖ ਹੱਸ ਕੇ ਕਹਿੰਦੇ ਤੇ ਤੇਰੇ ਕੋਲ ਹੀ ਹੈ ਜੋ ਕੁਝ ਲਿਖਿਆ ਹੈ, ਕਿਤੇ ਇਹਦੇ ਜਾਣ ਦੀ ਜ਼ਰੂਰਤ ਨਹੀਂ। ਕਹਿੰਦਾ ਜੀ ਮੇਰੇ ਕੋਲ। ਉਹ ਮਹਾਂਪੁਰਖ ਕਹਿੰਦੇ ਐਂ ਕਰ, ਜਿੱਥੇ ਲਿਖਿਆ ਨਾ ਘਟੇ ਉਹਦੇ ਸਾਹਮਣੇ ਲਿਖ ਦੇ ਉਮਰ, ਸਵਾਸ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹੈ ਔਦ ਘਟੈ ਦਿਨਸ ਰਹਿਣਾ ਰੇ। ਦਿਨ ਰਾਤ ਕਰਕੇ ਸਾਡੀ ਉਮਰ ਘਟਦੀ ਹੈ। ਦਿਨ ਤੇ ਪਹਿਰ ਤੇ ਘਰੀਆਂ ਆਪ ਘਟੈ ਤਨ ਸੀਜੈ। ਉਹ ਨੌਜਵਾਨਾਂ ਸਾਡੀ ਉਮਰ ਘਟਦੀ ਹੈ, ਘਟੇ ਰੋਜ਼। ਸ਼ਾਮ ਪੈ ਚੱਲੀ ਹੈ ਨਾ, ਅੱਜ ਦਾ ਦਿਨ ਤੇਰੇ ਜੀਵਨ ਚੋਂ ਘਟ ਗਿਆ ਹੈ।
ਰੱਬ ਨੇ ਸਾਨੂੰ ਲਿਖ ਕੇ ਦਿੱਤਾ, ਘਣ ਘਾਲੇ ਸਭ ਦਿਵਸ ਸਾਸ ਨਹਿ ਵੱਢਣ ਘਟਣ ਤਿਲ ਸਾਰ। ਇਹ ਘਟਦੇ ਹੀ ਹੈ, ਵੱਧਦੇ ਨਹੀਂ ਹੈ। ਰੱਬ ਨੇ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ। ਜਿੰਨੇ ਸਵਾਸ ਤੇਰੇ ਸਰੀਰ ਰੂਪੀ ਭਾਂਡੇ 'ਚ ਪਾਏ ਸੀ ਘਟੇ ਹੀ ਹੈ, ਅੱਜ ਹੋਰ ਘਟ ਗਏ। ਉਹ ਨੌਜਵਾਨ ਹੈਰਾਨ ਹੋ ਜਾਂਦਾ ਹੈ, ਕਹਿੰਦਾ ਠੀਕ ਹੈ ਤੇ ਸੱਚ ਹੈ। ਕਹਿੰਦੇ ਜੀ ਅੱਗੇ ਲਿਖਿਆ ਵੀ ਵਧੇ ਵਧੇ। ਉਹ ਮਹਾਂਪੁਰਖ ਕਹਿੰਦੇ ਇਹਦੇ ਅੱਗੇ ਲਿਖ ਲਾ ਤ੍ਰਿਸ਼ਨਾ, ਇਹਦੇ ਅੱਗੇ ਲਿਖ ਤ੍ਰਿਸ਼ਨਾ। ਉਹ ਵੱਧਦੀ ਹੈ, ਕਦੇ ਵੀ ਨਹੀਂ ਘਟਦੀ ਹੈ। ਤ੍ਰਿਸ਼ਨਾ ਜਿਹੜੀ ਹੈ ਉਹ ਵੱਧਦੀ ਹੈ, ਘਟਦੀ ਨਹੀਂ ਹੈ। ਮਹਾਰਾਜ ਨੇ ਬਚਨ ਕਹਿਣਾ, ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ। ਕਹਿੰਦੇ ਕੋਈ ਵਿਰਲਾ ਹੈ, ਵੱਧਦੀ ਹੈ, ਸਾਰਿਆਂ ਦੀ ਵੱਧਦੀ ਹੈ। ਉਹ ਤੇ ਕੋਟ ਜੋਰੇ ਲੱਖ ਕਰੋੜੇ ਪਰੇ ਪਰੇ ਹੀ ਕੋ ਲੁਜੀ ਹੈ। 100 ਤੋਂ ਹਜ਼ਾਰਾਂ ਇਕੱਠੇ ਕਰਨ, ਹਜ਼ਾਰਾਂ ਤੋਂ ਲੱਖਾਂ, ਲੱਖਾਂ ਤੋਂ ਕਰੋੜਾ। ਮਹਾਰਾਜ ਕਹਿੰਦੇ ਕਦੇ ਮਨੁੱਖ ਰੱਜਦਾ ਹੀ ਨਹੀਂ ਹੈ। ਉਹਦੇ ਅੱਗੇ ਲਿਖ ਤ੍ਰਿਸ਼ਨਾ ਜਿਹੜੀ ਵਧੇ ਵਧੇ, ਤੇ ਨਾ ਵਧੇ ਨਾ ਘਟੇ। ਉਹ ਜਿਹੜੇ ਸਵਾਸ ਨੇ, ਉਮਰ ਘਟਦੀ ਹੈ, ਸਵਾਸ ਜਿਹੜੇ ਉਹ ਵੱਧਦੇ ਘਟਦੇ ਨਹੀਂ ਹੈ। ਹਾਂ ਉਮਰ ਦਿਨ ਤੇ ਪਹਿਰ, ਪਹਿਰ ਤੇ ਘਟੀਆਂ ਆਪਾਂ ਪਹਿਲਾਂ ਵੀ ਘਟੇ ਘਟੇ ਉਮਰ, ਵਧੇ ਵਧੇ ਤ੍ਰਿਸ਼ਨਾ, ਨਾ ਘਟੇ ਨਾ ਵਧੇ। ਇਹ ਸਵਾਸ ਨੇ ਜਿਹੜੇ ਪ੍ਰਮਾਤਮਾ ਨੇ ਅੰਦਰ ਪਾਏ, ਇੱਕ ਵੀ ਵਾਧਾ ਘਾਟਾ ਨਹੀਂ ਹੋਣਾ। ਇੱਥੇ ਮਹਾਰਾਜ ਨੇ ਇਹੀ ਗੱਲ ਕਹੀ, ਅੰਦਰ ਤ੍ਰਿਸ਼ਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ। ਮਾਇਆ ਦੀ ਭੁੱਖ ਮਨਮੁਖ ਦੇ ਅੰਦਰੋਂ ਨਹੀਂ ਜਾਂਦੀ ਹੈ, ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਕਿਸੇ ਪਿੰਡ 'ਚ ਅੱਗ ਲੱਗ ਗਈ ਤੇ ਉਹ ਲੱਕੜ ਦਾ ਕੋਈ ਵਪਾਰੀ ਸੀ, ਉਹ ਗੱਡਿਆ ਤੇ ਲੱਕੜ ਰੱਖ ਕੇ ਲਿਜਾ ਰਿਹਾ ਹੈ, ਤੇ ਪਿੰਡ ਦੇ ਲੋਕ ਉਹਦੇ ਨਾਲ ਕਾਫੀ ਸਰੀਰ ਬੰਦੇ ਸਨ। ਉਹ ਕਹਿਣ ਲੱਗੇ, ਭਾਈ ਸਾਹਿਬ ਜੀ ਸਾਡੇ ਪਿੰਡ ਨੂੰ ਅੱਗ ਲੱਗ ਗਈ, ਤੁਹਾਡੇ ਗੱਡਿਆਂ ਦੇ ਨਾਲ ਕਾਫੀ ਬੰਦੇ ਨੇ, ਸਾਡੀ ਮਦਦ ਕਰੋ। ਤੇ ਉਹ ਜਿਹੜਾ ਬਾਲਣ ਜਾ ਰਿਹਾ ਸੀ ਕਹਿੰਦਾ ਜੀ ਆਪਣੇ ਬੰਦਿਆਂ ਨੂੰ ਕਹਿੰਦੇ ਸਾਰਾ ਬਾਲਣ ਅੱਗ ਤੇ ਸੁੱਟ ਦਿਓ, ਅੱਗ ਬੁਝੇ। ਅੱਗ ਬੁਝਣੀ ਕਾਹਦੀ ਸੀ, ਉਹ ਸਾਰਾ ਬਾਲਣ ਉਹ ਵੀ ਖਾ ਗਈ, ਗੱਡਿਆਂ ਵਾਲਾ ਵੀ। ਇਸ ਤਰ੍ਹਾਂ ਜਿਹੜੀ ਤ੍ਰਿਸ਼ਨਾ ਹੈ ਨਾ, ਜਿੰਨੇ ਮਰਜ਼ੀ ਲੱਖਾਂ ਕਰੋੜਾਂ ਅਰਬਾਂ ਰੁਪਈਆ ਵੀ ਕਿਉਂ ਨਾ ਮਨੁੱਖ ਕੋਲ ਹੋਵੇ, ਤ੍ਰਿਸ਼ਨਾ ਫਿਰ ਵੀ ਵੱਧਦੀ ਹੈ। ਕਦੇ ਮਨੁੱਖ ਤ੍ਰਿਪਤ ਨਹੀਂ, ਧਨ ਨਾਲ ਤ੍ਰਿਪਤ ਨਹੀਂ ਹੁੰਦਾ। ਮਨਮੁਖ ਦੀ ਇੱਥੇ ਗੱਲ ਹੈ, ਜਿਹੜਾ ਗੁਰਮੁਖ ਹੈ ਉਹ ਤੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਦੇਖ ਭਰਾਈ ਚੋਪੜੀ ਨਾ ਤਰਸਾਏ। ਉਹ ਤੇ ਅੱਧੀ ਰੋਟੀ ਖਾ ਕੇ ਵੀ ਰੱਬ ਦਾ ਸ਼ੁਕਰਾਨਾ ਕਰਦਾ ਹੈ, ਉਹਨੂੰ ਨਹੀਂ ਮਿਲਦੀ ਫਿਰ ਵੀ ਸ਼ੁਕਰਾਨੇ 'ਚ ਹੈ। ਮਨਮੁਖ ਜਿਹੜਾ ਉਹ ਰੱਜਦਾ ਹੀ ਨਹੀਂ ਹੈ। ਕਿਸੇ ਬੰਦੇ ਨੇ ਜ਼ਮੀਨ ਵੇਚੀ ਇਸ ਆਸ ਦੇ ਨਾਲ ਵੀ 1 ਕਿੱਲੇ ਦੇ 3-4 ਕਿੱਲੇ ਬਣ ਜਾਣਗੇ। ਤ੍ਰਿਸ਼ਨਾ ਹੀ ਹੈ, ਵੱਧ 5 ਕਿੱਲੇ ਹੈ, 15 ਕਿੱਲੇ ਬਣ ਜਾਣਾ। ਉਹਨੇ ਜ਼ਮੀਨ ਵੇਚੀ, ਉਹ ਲੱਭਦਾ ਫਿਰਦਾ ਸੀ। ਕਿਸੇ ਨੇ ਦੱਸਿਆ ਵੀ ਫਲਾਣਾ ਰਾਜਾ ਜ਼ਮੀਨ ਵੇਚਦਾ ਹੈ, ਭਾਈ ਤੂੰ ਉਹਦੇ ਕੋਲ ਜਾ ਕੇ ਜ਼ਮੀਨ ਖਰੀਦੇਗਾ, ਤੇਰੀ ਕਾਫੀ ਜ਼ਮੀਨ ਵੱਧ ਸਕਦੀ ਹੈ। ਉਹ ਪੈਸੇ ਲੈ ਕੇ ਚਲਾ ਜਾਂਦਾ, ਰਾਜੂ ਨੂੰ ਕਹਿੰਦੇ ਜੀ ਜ਼ਮੀਨ ਖਰੀਦਣੀ ਹੈ। ਕਹਿੰਦਾ ਜੀ ਆਇਆਂ ਨੂੰ ਖਰੀਦੋ, ਮੇਰੇ ਕੋਲ ਬਹੁਤ ਜ਼ਮੀਨ ਹੈ ਔਰ ਜਿੰਨੀ ਤੁਹਾਡੀ ਇੱਛਾ ਲੈ ਸਕਦੇ ਹੋ। ਕਹਿੰਦਾ ਜੀ ਮੇਰੇ ਕੋਲ ਇੰਨੇ ਪੈਸੇ। ਉਹ ਰਾਜੇ ਨੇ ਪੁੱਛ ਲਿਆ ਕਿੰਨੇ ਪੈਸੇ ਹੈ, ਕਹਿੰਦਾ ਜੀ ਇੰਨੇ ਕੁ ਪੈਸੇ। ਉਹ ਜਿੱਥੋਂ ਉਸ ਬੰਦੇ ਨੂੰ ਤੋਰਿਆ ਨਾ, ਰਾਜਾ ਕਹਿੰਦਾ ਵੀ ਸੂਰਜ ਚੜ੍ਹਿਆ ਨਾ ਸੁਬਾਹ, ਇਹ ਇੰਨੇ ਪੈਸਿਆਂ 'ਚ ਪੈਸੇ ਮੇਰੇ ਕੋਲ ਦੇ ਦੇ, ਰੱਖ ਦੇ। ਸੁਬਾਹ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਜਿੰਨੀ ਧਰਤੀ ਦਾ ਜ਼ਮੀਨ ਦਾ ਗੇੜਾ ਕੱਢ ਲੇਗਾ, ਦੌੜ ਕੇ ਤੁਰ ਕੇ ਭੱਜ ਕੇ, ਉਹ ਤੇਰੀ ਮਰਜ਼ੀ ਹੈ, ਉਹ ਜ਼ਮੀਨ ਤੇਰੀ ਹੋਏਗੀ। ਬੜਾ ਖੁਸ਼ ਕਹਿਣ ਲੱਗਾ ਵੀ ਇਹ ਤੇ ਕਾਫੀ ਗੱਲ ਬਣ ਗਈ। ਜਿੱਥੋਂ ਉਸ ਬੰਦੇ ਨੂੰ ਸੂਰਜ ਚੜ੍ਹਦਿਆਂ ਸ਼ੁਰੂ ਕੀਤਾ, ਉਹ ਜ਼ਮੀਨ ਬਹੁਤ ਹੀ ਉਪਜਾਊ ਨਹੀਂ ਸੀ, ਹੈ ਤੇ ਉਪਜਾਊ ਸੀ ਪਰ ਥੋੜਾ ਬੜਾ, ਜਿਵੇਂ ਮੰਨ ਲਓ ਵੀ 1 ਕਿੱਲੇ ਦੇ ਵਿੱਚੋਂ ਕੋਈ 10 ਮਣ ਫਸਲ ਹੁੰਦੀ ਹੋਏਗੀ, 10 ਮਣ ਅਨਾਜ ਨਿਕਲਦਾ ਹੋਏਗਾ। ਉਹ ਫਸਲ, ਉਹ ਜ਼ਮੀਨ ਬਹੁਤ ਹੀ ਉਪਜਾਊ ਨਹੀਂ ਸੀ, ਪਰ ਉਸ ਤੋਂ ਅਗਲੀ ਫਸਲ ਜਿਹੜੀ ਉੱਥੇ, ਉਹ ਜ਼ਮੀਨ ਜਿਹੜੀ ਉਹਦੇ 'ਚ ਬਹੁਤ ਫਸਲ ਹੁੰਦੀ, ਉਹਦੇ 'ਚ ਤੇ ਬਾਗ ਵੀ ਲੱਗੇ ਹੋਏ ਨੇ, ਉਹਦੇ 'ਚ ਬਹੁਤ ਤਰ੍ਹਾਂ ਦੇ ਹੋਰ ਵੀ ਅਨੇਕਾਂ ਤਰ੍ਹਾਂ ਦੇ ਅਨਾਜ ਬੀਜੇ ਹੋਏ ਹੈ। ਉੱਥੋਂ ਰਾਜੇ ਨੇ ਸ਼ੁਰੂ ਕੀਤਾ, ਚੱਲ ਵੀ ਇੱਥੋਂ ਤੂੰ ਚੱਲਣਾ ਹੈ ਤੇ ਅੱਗੇ ਨੂੰ ਵਧਣਾ ਹੈ, ਸੂਰਜ ਡੁੱਬਣ ਤੱਕ ਜਿੰਨੀ ਜ਼ਮੀਨ ਦਾ ਗੇੜਾ ਕੱਢ ਲੇਗਾ ਉਹ ਤੇਰੇ ਨਾਲ ਕਰਾ ਦਿਆਂਗੇ। ਉਹ ਚੱਲਿਆ ਜੀ। ਜਦੋਂ ਉਹ 2 ਕਿੱਲੇ ਦੂਰ ਪਾਰ ਹੋਇਆ ਤੇ ਉਹ ਜ਼ਮੀਨ, ਉਹ ਪਿਛਲੀ ਜ਼ਮੀਨ ਨਾਲੋਂ ਚੰਗੀ, ਇਸ ਤੋਂ ਅੱਗੇ ਦੌੜਿਆ ਹੋਰ ਚੰਗੀ, ਅੱਗੇ ਦੌੜਿਆ ਹੋਰ ਚੰਗੀ।
ਉਹ ਤ੍ਰਿਸ਼ਨਾ ਦਾ ਮਾਰਿਆ, ਲਾਲਚ ਦਾ ਅੰਦਰ ਹੋਰ ਅੱਗੇ ਦੌੜਦਾ ਵੀ 2 ਕਿੱਲੇ ਹੋਰ ਘੇਰ ਲਾਂ, 2 ਕਿੱਲੇ ਹੋਰ। ਰਾਜੇ ਨੇ ਗੱਲ ਕਹੀ ਸੀ ਜੇ ਸੂਰਜ ਡੁੱਬਿਆ ਤੱਕ ਵਾਪਸ ਆ ਜਾਏਗਾ ਤੇ ਉਨੀ ਜ਼ਮੀਨ ਤੇਰੀ, ਜੇ ਨਾ ਆ ਸਕਿਆ ਪੈਸੇ ਵੀ ਮੇਰੇ, ਫਿਰ ਤੈਨੂੰ ਕੁਝ ਨਹੀਂ ਮਿਲਣਾ। ਉਹ ਜ਼ਮੀਨ ਨੂੰ ਉਪਜਾਊ ਵੇਖ ਵੇਖ ਕੇ ਗਾ ਬਾਗ ਲੱਗੇ, ਬਾਗ ਲੱਗੇ, ਉਹ ਦੌੜਦਾ ਦੂਰ ਨਿਕਲ ਜਾਂਦਾ ਹੈ। ਸੂਰਜ ਡੁੱਬਣ ਤੋਂ ਪਹਿਲਾਂ ਉਹਨੇ ਉੱਥੇ ਵਾਪਸ ਕੀ ਪਹੁੰਚਣਾ ਸੀ, ਉਹਦਾ ਦਮ ਉਖੜ ਜਾਂਦੇ, ਰਸਤੇ 'ਚ ਡਿੱਗ ਕੇ ਮਰ ਜਾਂਦੇ। ਜ਼ਮੀਨ ਵੀ ਗਈ, ਪੈਸੇ ਵੀ ਗਏ, ਜ਼ਿੰਦਗੀ ਵੀ ਗਈ। ਸਾਡੀ ਹਾਲਤ ਇਹੀ ਹੈ, ਸਾਡੀ ਹਾਲਤ ਇਹੀ ਹੈ। ਅਸੀਂ ਅੱਗੇ ਅੱਗੇ ਦੌੜਦੇ ਆ ਧਨ ਕਣਕ, ਤੇ ਫਿਰ ਮਹਾਰਾਜ ਕਹਿੰਦੇ ਧਨ ਕਮਾਉਂਦਾ ਕਮਾਉਂਦਾ ਬੰਦਾ ਇੱਕ ਦਿਨ ਮਨਸਾ ਬੀਚੈ ਨਿਕਸੈ ਸਾਸ, ਭੱਜਦਾ ਭੱਜਦਾ ਬੰਦਾ ਦਮ ਤੋੜ ਜਾਂਦਾ ਹੈ। ਮਾਇਆ ਵੀ ਨਹੀਂ ਹੱਥ ਆਉਂਦੀ, ਕੁਝ ਵੀ ਹੱਥ ਨਹੀਂ ਆਉਂਦਾ, ਖਾਲੀ ਹੱਥ ਨਾਂਗੇ ਪਾਵੋਂ ਤੇ ਗਏ ਜਿਨ ਕੇ ਲਾਖ ਕਰੋੜ। ਕਬੀਰ ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਛ ਮਿਲਿਓ। ਲਈ ਲੰਗੋਟੀ ਤੋਰ ਜਾਣ ਲੱਗਾ ਤੇ ਕੁਝ ਵੀ ਨਹੀਂ ਮਿਲਿਆ। ਕਫਰ ਨੂੰ ਤੇ ਜੇਬ ਵੀ ਨਹੀਂ ਲਾਉਂਦੇ ਐ, ਨਾ ਪੈਰਾਂ 'ਚ ਜੁੱਤੀ ਪਾਉਂਦੇ ਐ। ਇੱਕ ਬੰਦਾ ਰਾਜਸਥਾਨ 'ਚ ਬਰੇਤੀ 'ਚ ਜਾ ਰਿਹਾ ਹੈ। ਉਹਨੇ ਇੱਕ, ਉਹ ਪਾਣੀ ਵਾਲੀ ਨਾ ਮਸ਼ਕ ਹੁੰਦੀ ਸੀ ਪੁਰਾਤਨ ਸਮੇਂ 'ਚ, ਉਹਨੇ ਇੱਕ ਮਸ਼ਕ ਪਾਣੀ ਦੀ ਲੈ ਲਈ। ਦੂਰ ਸਫ਼ਰ ਕਰਨਾ ਹੈ, ਦੂਰ ਸਫ਼ਰ, ਉਹਨੇ ਪਾਣੀ ਦੀ ਮਸ਼ਕ ਲੈ ਲਈ ਤੇ ਉਹ ਤੁਰਿਆ ਜਾਂਦਾ ਹੈ। ਰਸਤੇ 'ਚ ਉਹਨੂੰ ਨਾ ਕਿਤੇ ਊਠ ਤੇ ਜਾ ਰਿਹਾ ਸੀ, ਊਠ ਦਾ ਪੈਰ ਟਕਰਾਇਆ ਤੇ ਉਹਨੂੰ ਖਜ਼ਾਨਾ ਲੱਭ ਗਿਆ ਸੀ। ਉੱਥੇ ਕਿਤੇ ਨਾ ਬਰੇਤੀ 'ਚ ਖਜ਼ਾਨਾ ਦੱਬਿਆ ਕਿਸੇ ਰਾਜੇ ਨੇ। ਹੁਣ ਇਹਦੇ ਅੰਦਰ ਲਾਲਚ ਆ ਗਿਆ ਵੀ ਇਹ ਖਜ਼ਾਨਾ ਜੇ ਮੈਨੂੰ ਕਿਤੇ ਮਿਲ ਜੇ, ਤੇ ਇਹਨੇ ਕੀ ਕੀਤਾ ਵੀ ਹੁਣ ਵੀ ਇਹ ਖਜ਼ਾਨਾ ਪਾਵਾਂ ਕਿਹਦੇ 'ਚ, ਖਜ਼ਾਨਾ ਪਾਵਾਂ ਕਿਹਦੇ 'ਚ। ਫਿਰ ਉਹਦਾ ਮਸ਼ਕ ਵੱਲ ਧਿਆਨ, ਰੱਜ ਕੇ ਪਾਣੀ ਪੀ ਲਿਆ। ਕਹਿੰਦਾ ਅੱਧਾ ਕੁ ਸਫ਼ਰ ਲੰਘ ਗਿਆ, ਅੱਧਾ ਕੁ ਬਾਕੀ ਹੈ। ਚਲੋ ਉੱਥੇ ਬੜੀ ਖੁਸ਼ਕੀ ਸੀ, ਬੜੀ ਗਰਮੀ ਸੀ, ਪਤਾ ਇਹਨੂੰ ਵੀ ਸੀ ਵੀ ਪਿਆਸ ਅੱਗੇ ਵੀ ਲੱਗੇਗੀ। ਚਲੋ ਲਾਲਚ ਨਾ ਉਹਨ ਅੰਦਰ ਲੋਭ ਆ ਗਿਆ, ਇਹਨੇ ਮਸ਼ਕ 'ਚੋਂ ਪਾਣੀ ਡੋਲ ਦਿੱਤਾ ਤੇ ਉਹਦੇ 'ਚ ਖਜ਼ਾਨਾ ਭਰ ਲਿਆ। ਕਹਿੰਦਾ ਖਜ਼ਾਨਾ ਹੁਣ ਥੋੜ੍ਹੀ ਛੱਡਣਾ, ਸਾਰਾ ਉਹਨੇ ਮਸ਼ਕ ਖਜ਼ਾਨਾ ਹੁਣ ਭਾਰ ਹੋ ਗਿਆ ਖਜ਼ਾਨੇ ਦਾ ਵੀ ਕੋਲ। ਭਾਵੇਂ ਊਠ ਸੀ, ਊਠ ਨੂੰ ਵੀ ਹੁਣ ਪਿਆਸ, ਜਦੋਂ ਅੱਗੇ ਗਿਆ ਤੇ ਸਿਰੇ ਲੱਗਣ ਤੋਂ ਪਹਿਲਾਂ ਦਮ ਟੁੱਟ ਗਿਆ, ਪਿਆਸ ਨਾਲ ਤੜਫ ਕੇ ਮਰ ਗਿਆ। ਖਜ਼ਾਨਾ ਵੀ ਉੱਥੇ ਪਿਆ ਰਿਹਾ, ਊਠ ਵੀ ਉੱਥੇ, ਤੇ ਆਪ ਦੀ ਜਾਨ ਵੀ ਗਈ। ਸਾਡੀ ਹਾਲਤ ਇਹੋ ਜਿਹੀ ਹੈ। ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਅੱਗ ਹੈ ਅੰਦਰ, ਇਹ ਕਦੇ ਬੁਝਦੀ ਨਹੀਂ ਹੈ। ਮਨਮੁਖ ਭੁੱਖ ਨਾ ਜਾਏ ਕਿ ਕਦੇ ਕੋਈ ਬੰਦਾ ਤੁਹਾਨੂੰ ਤ੍ਰਿਪਤ ਰੱਜਿਆ ਨਜ਼ਰ ਆਇਆ, ਜਿਹੜਾ ਤੁਹਾਨੂੰ ਕਹਿੰਦਾ ਹੋਵੇ ਵੀ ਮੇਰੀ ਤ੍ਰਿਪਤੀ ਹੈ, ਮੈਂ ਰੱਜ ਗਿਆ ਜੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਬਿਲਕੁਲ ਨਹੀਂ। ਹਾਂ, ਉੱਪਰੋਂ ਉੱਪਰੋਂ ਤੁਹਾਨੂੰ ਉਹ ਕਹਿਣ ਵਾਲੇ ਭਾਵੇਂ ਮਿਲ ਜਾਣ, ਪਰ ਉਹ ਉਹਨਾਂ ਦੇ ਅੰਦਰ ਮਾਇਆ ਦਾ ਲਾਲਚ ਬਹੁਤ ਹੁੰਦਾ ਹੈ। ਮਰਜ਼ ਕਹਿੰਦੇ ਇਹ ਨਹੀਂ ਹੈਗਾ ਵੀ ਇਹ ਬੰਦੇ ਦੀਆਂ ਹੁਣ ਜ਼ਰੂਰਤਾਂ ਪੂਰੀਆਂ ਹੋ ਗਈਆਂ ਭਾਈ, ਇਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਮਰਜ਼ ਕਹਿੰਦੇ ਨਹੀਂ ਨਹੀਂ ਨਹੀਂ, ਉਹ ਹੋਰ ਇਕੱਤਰ ਕਰਨ ਦੇ ਵਿੱਚ ਲੱਗਾ ਹੈ। ਤੁਹਾਨੂੰ ਬਹੁਤੇ ਧਨ ਵਾਲੇ ਬਹੁਤੇ ਬੰਦੇ ਕੰਜੂਸ ਨਜ਼ਰ ਆਉਣਗੇ, ਉਹ ਧਨ ਖਰਚ ਕੇ ਹੀ ਰਾਜ਼ੀ ਨਹੀਂ ਹੈ। ਮੈਂ ਤੇ ਇਹੋ ਜਿਹੇ ਵੇਖੇ ਜਿਹੜੇ ਆਪਣੀ ਦਵਾਈ ਵੀ ਨਹੀਂ ਲੈਂਦੇ ਆ। ਪੈਸੇ ਹੈਗੇ ਨੇ, ਘਰੇ ਨਹੀਂ ਹੈਗਾ, ਪੈਸੇ ਨਹੀਂ ਹੈਗੇ, ਉਹ ਕਹਿੰਦੇ ਵੀ ਜਾਣਾ ਤੇ ਇੱਕ ਦਿਨ ਹੈ ਹੀ ਹੈ, ਜ਼ਰੂਰ ਪੈਸੇ ਖਰਾਬ ਕਰਨੇ, ਆਪਣੀ ਦਵਾਈ ਵੀ ਨਹੀਂ ਜੇ ਲੈਣ ਜਾਂਦੇ, ਇਲਾਜ ਹੀ ਨਹੀਂ ਕਰਾਉਂਦੇ ਆਪਣਾ। ਇਹਨਾਂ ਧਨ ਦਾ ਲੋਭ, ਉਹ ਮਰਨ ਲਈ ਵੀ ਤਿਆਰ ਹੋ ਜਾਂਦੇ ਆ। ਮਰਜ਼ ਕਹਿੰਦੇ ਮਨੁੱਖ ਕਦੇ ਮਾਇਆ ਨਾਲ ਰੱਜਦਾ ਨਹੀਂ ਹੈ। ਮਾਇਆ ਦੀ ਤ੍ਰੇਹ ਕਦੇ, ਭੁੱਖ ਜਿਹੜੀ ਉਹ ਮਿਟਦੀ ਨਹੀਂ। ਮਨਮੁਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਮੋਹ ਕੁਟੰਬ ਸਭ ਕੂੜ ਹੈ। ਹੁਣ ਮਨੁੱਖ ਮਾਇਆ ਕਤਰ ਕਿਉਂ ਕਰਦਾ ਹੈ? ਕੁਟੰਬ ਦੇ ਮੋਹ 'ਚ ਵੀ ਬੱਚਿਆਂ ਨੂੰ ਸੁੱਖ ਦਈਏ, ਕੁਟੰਬ ਪਰਿਵਾਰ। ਵੈਸੇ ਤੇ ਮਹਾਰਾਜ ਰੋਜ਼ ਨਿਤਨੇਮ ਦੀ ਬਾਣੀ 'ਚ ਕਹਿੰਦੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ, ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ। ਵੀ ਆ ਕੁਟੰਬ ਨੇ ਤੇਰੇ ਨਾਲ ਨਹੀਂ ਜਾਣਾ, ਇਹਨਾਂ ਦੇ ਮੋਹ 'ਚ ਇਹੋ ਜਿਹਾ ਕੰਮ ਨਾ ਕਰੀ ਵੀ ਖੀਰ ਨੂੰ ਤੈਨੂੰ ਪਛਤਾਵਾ ਕਰਨਾ ਪਵੇ। ਕਈ ਬੱਚਿਆਂ ਦੇ ਮੋਹ 'ਚ ਕਿਸੇ ਨਾਲ ਧੋਖਾ ਕਰਕੇ ਬੱਚਿਆਂ ਨੂੰ ਦੇ ਦਿੱਤੇ ਪੈਸੇ, ਹੁਣ ਸਿਰ ਨੀਵਾਂ ਕਰਕੇ ਆਪ ਨੂੰ ਖੜਨਾ, ਬਾਪ ਨੂੰ ਖੜਨਾ ਪੈਂਦਾ। ਮਹਾਰਾਜ ਕਹਿੰਦੇ ਇਹਨਾਂ ਵਾਸਤੇ ਇਹੋ ਜਿਹਾ ਕੰਮ ਨਾ ਕਰਨ, ਇਹਨਾਂ ਨੇ ਖਿਸਕ ਜਾਣਾ ਹੀ ਗੱਲ ਨੂੰ। ਸਤਿਗੁਰਾਂ ਦਾ ਇੱਕ ਪਾਵਨ ਸ਼ਬਦ ਹੈ, ਬਿਰਖੈ ਹੇਠ ਸਭ ਜੰਤ ਇਕੱਠੇ। ਆ ਇੱਕ ਨਾ ਸੰਸਾਰ ਰੂਪੀ ਦਰਖਤ ਹੈ, ਅਸੀਂ ਸਾਰੇ ਜੰਤੂ ਹੈ, ਜੰਤ ਇਕੱਠੇ ਹੀ ਹੈ। ਜਿਵੇਂ
ਇੱਕ ਦਰਖਤ ਦੇ ਉੱਪਰ ਪੰਛੀ ਸਾਰੇ ਇਕੱਠੇ ਰਹਿੰਦੇ ਆ। ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ। ਮਿੱਠੇ ਇੱਕ ਤੱਤੇ ਬੜੇ ਕਲਪੇ ਹੋਏ ਤੇ ਇੱਕ ਬੜੇ ਤੁਹਾਨੂੰ ਸ਼ਾਂਤ ਵੀ ਮਿਲਣਗੇ ਸੰਸਾਰ ਦੇ ਅੰਦਰ। ਬੰਦਗੀ ਵਾਲੀਆਂ ਰੂਹਾਂ ਵੀ ਹੁੰਦੀਆਂ, ਮਨਮੁਖ ਵੀ ਹੁੰਦੇ ਨੇ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਅਸਤ ਅਦੌਤ, ਸੂਰਜ ਅਸਤ ਹੋ ਗਿਆ ਨਾ, ਅਦੌਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾੜੀਆਂ ਵਿਹਾਣੀਆਂ। ਜਿਵੇਂ ਪੰਛੀ ਰਾਤ ਲੰਘੀ, ਸੂਰਜ ਉਦੇ ਹੋਇਆ, ਸ਼ਾਮ ਨੂੰ ਅਸਤ ਹੁੰਦਾ, ਸਵੇਰੇ ਉਦੇ ਹੁੰਦਾ, ਤੇ ਪੰਛੀ ਦਰਖਤ ਉੱਡ ਕੇ ਕਿਸੇ ਪਾਸੇ ਨੂੰ ਤੁਰ ਜਾਂਦੇ, ਕੋਈ ਕਿਸੇ ਪਾਸੇ ਨੂੰ ਤੁਰ ਜਾਂਦਾ, ਸਾਨੂੰ ਪਤਾ ਹੈ, ਫਿਰ ਚੁੱਕਦੇ। ਮਹਾਰਾਜ ਕਹਿੰਦੇ ਇਤਨਾ ਸੰਸਾਰ ਰੂਪੀ ਦਰਖਤ ਤੇ ਅਸੀਂ ਇਕੱਠੇ ਆ ਤੇ ਇੱਕ ਦਿਨ ਉਡਾਦੀ ਮਾਰ ਜਾਣੀ ਹੈ। ਕਈ ਮਾਰ ਗਏ ਨੇ, ਕਈਆਂ ਨੇ ਅਜੇ ਮਾਰ ਜਾਣੀ। ਆਪਾਂ ਹੈਗੇ ਅਜੇ ਦਰਖਤ ਤੇ ਬੈਠੇ ਆ, ਇੱਕ ਦਿਨ ਉੱਡ ਅਸੀਂ ਵੀ ਜਾਣਾ ਇੱਥੋਂ, ਕਿਹੜਾ ਇੱਥੇ ਬੈਠੇ ਰਹਿਣਾ ਅਸੀਂ। ਮਹਾਰਾਜ ਕਹਿੰਦੇ ਜਿਉਂ ਜਿਉਂ ਔਦ ਵਿਹਾਣੀਆਂ, ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਪੰਛੀ ਤੁਰਦੇ ਜਾਂਦੇ ਆ, ਮਨੁੱਖ ਤੁਰਦੇ ਜਾਂਦੇ ਸੰਸਾਰ ਤੋਂ। ਬਹੁਤੇ ਚਲੇ ਗਏ ਨੇ। ਸੇਖ ਹਜ਼ਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੀਤੇ। ਬੈਸ ਗਿਆ ਜਿਸ ਆਸਣਾ ਤੇ ਅਸੀਂ ਬੈਠੇ ਕਿੰਨੇ ਤੁਰ ਗਏ, ਅਸੀਂ ਵੀ ਤੁਰ ਜਾਣਾ, ਸਾਡੇ ਤੋਂ ਬਾਅਦ ਵੀ ਬਹੁਤਿਆਂ ਨੇ ਆਉਣਾ। ਜੇ ਪੱਤ ਝੜ ਆਉਂਦੀ ਹੈ ਤੇ ਪੁਰਾਣੇ ਪੱਤੇ ਹਵਾ ਦੇ ਬੁੱਲੇ ਨਾਲ, ਦਰਖਤ ਨਾਲੋਂ ਟੁੱਟ ਜਾਂਦੇ, ਡਿੱਗ ਪੈਂਦੇ, ਹਵਾ ਆਉਂਦੀ ਅੱਗੇ ਲੈ ਜਾਂਦੀ ਹੈ। ਸਾਡੀ ਵੀ ਹਾਲਤ ਇਸ ਤਰ੍ਹਾਂ, ਜਿਹੜੇ ਬਜ਼ੁਰਗ ਹੋ ਜਾਂਦੇ ਹੈ, ਮੌਤ ਰੂਪੀ ਹਵਾ ਦਾ ਬੁੱਲਾ ਹੈ, ਉਹਨਾਂ ਨੂੰ ਅੱਗੇ ਲੈ ਕੇ ਫਿਰ ਨਵੇਂ ਪੱਤੇ ਆਉਂਦੇ ਆ ਉਸੇ ਦਰਖਤ ਨੂੰ। ਉਹ ਫਿਰ ਇੱਕ ਦਿਨ ਪੱਤ ਝੜ 'ਚ ਫਿਰ ਲੱਥ ਜਾਂਦੇ ਆ। ਸੰਸਾਰ ਇਸ ਤਰ੍ਹਾਂ ਹੀ ਹੈ। ਬਹੁਤੇ ਆਏ ਮੌਤ ਮਾੜੀ ਨਹੀਂ ਹੈ, ਡਰਾਇਆ ਸਾਨੂੰ ਬਹੁਤ ਮੌਤ ਤੋਂ। ਮੌਤ ਝਾੜੂ ਦੀ ਤਰ੍ਹਾਂ ਸਫਾਈ ਕਰਦੀ ਹੈ। ਜੇ ਹੁਣ ਤੇ ਇੱਕ ਬਜ਼ੁਰਗ ਸਾਹਮਣਾ ਲੋਕਾਂ ਨੂੰ ਔਖਾ ਹੈ, ਜੇ 10 ਬਜ਼ੁਰਗ ਬੈਠੇ ਹੁੰਦੇ ਉਹ ਨਾ ਜਾਂਦੇ ਤੇ ਕੀ ਘਰ ਦੀ ਹਾਲਤ ਹੁੰਦੀ। ਕੌਣ ਬੈਠਿਆਂ ਨੂੰ ਖਵਾਉਂਦਾ ਉਹਨਾਂ ਨੂੰ 10 20 30 ਨੂੰ। ਮੌਤ ਮਾੜੀ ਨਹੀਂ। ਚਲੋ ਕਈ ਵਾਰੀ ਐਸਾ ਹੁੰਦਾ ਵੀ ਉਹ ਪਰਿਵਾਰ ਨੂੰ ਜ਼ਰੂਰਤ ਹੁੰਦੀ ਕੋਈ ਛੋਟੀ ਉਮਰ 'ਚ, ਫਿਰ ਉਹ ਦੁੱਖ ਵੀ ਹੁੰਦਾ ਹੈ, ਪਰ ਮਹਾਰਾਜ ਕਹਿੰਦੇ ਇਹਨੂੰ ਪ੍ਰਵਾਨ ਕਰ ਲੈਣਾ ਚਾਹੀਦਾ। ਮਹਾਰਾਜ ਕਹਿੰਦੇ ਜਾਣਾ ਹੈ, ਪੱਤੇ ਝੜਨੇ ਹੀ ਇੱਕ ਦਿਨ, ਜਿਉਂ ਜਿਉਂ ਔਦ ਵਿਹਾਣੀਆਂ। ਮਹਾਰਾਜ ਕਹਿੰਦੇ ਪਾਪ ਕਰੇਦੜ ਸਰ ਪਰ ਮੁਠੇ। ਜਿਹੜੇ ਪਾਪ ਕਰਨ ਵਾਲੇ ਨਾ ਉਹ ਜ਼ਰੂਰ ਇੱਕ ਦਿਨ ਪਕੜੇ ਜਾਣਗੇ। ਉਹ ਚੋਰੀ ਕਰਨ ਵਾਲਾ ਬਹੁਤਾ ਚਿਰ ਛਿਪਦਾ ਨਹੀਂ, ਇੱਕ ਦਿਨ ਉਹ ਜੱਗ ਜ਼ਾਹਰ ਹੋ ਜਾਂਦਾ ਹੈ। ਅਜ਼ਰਾਈਲ ਫੜੇ ਫੜ ਕੁੱਟੇ, ਫਿਰ ਉਹ ਅਜ਼ਰਾਈਲ ਜਿਹੜਾ ਫਰਿਸ਼ਤਾ ਇਹਨੂੰ ਫੜ ਕੇ ਕੁੱਟਦਾ ਹੈ, ਉਹ ਮਾਰਦਾ ਹੈ। ਜੇ ਉਹ ਸੰਨੀ ਉੱਪਰ ਚੋਰ ਮਾਰੇ ਨੇ ਬਚਨ ਕਹੇ ਨਾ, ਜਾਂ ਦੇਖ ਵਾੜ ਅਣਕ ਪੜਦੇ ਮੈਂ ਪਰਦਾਰਾ ਸੰਗ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ, ਤਬ ਕੌਣ ਪੜਦਾ ਤੇਰਾ ਢੱਕ ਹੈ। ਜਦੋਂ ਰੱਬ ਦੇ ਘਰ ਸਾਰੀਆਂ ਗੱਲਾਂ ਪ੍ਰਗਟ ਹੋ ਗਈਆਂ, ਦੋਜਕ ਪਾਏ ਸਿਰਜਨ ਹਾਰੇ, ਲੇਖਾ ਮੰਗੇ ਬਾਣੀਆਂ। ਕਹਿੰਦੇ ਫਿਰ ਦੋਜਕ 'ਚ ਪਾਇਆ ਜਾਏਗਾ ਤੈਨੂੰ। ਦੋਜਕ ਨਰਕ ਨੂੰ ਕਹਿੰਦੇ ਆ ਜੀ। ਲੇਖਾ ਮੰਗੇ, ਧਰਮਰਾਜ ਨੇ ਲੇਖਾ ਮੰਗਣਾ ਹੈ। ਕਹਿੰਦਾ ਵੀ ਤੈਨੂੰ ਜੀਵਨ ਦਿੱਤਾ ਸੀ, ਕੀ ਕਰਦਾ ਰਿਹਾ। ਮਹਾਰਾਜ ਕਹਿੰਦੇ ਜਿਨ੍ਹਾਂ ਵਾਸਤੇ ਅੱਜ ਕੁਝ ਕਰਦਾ ਹੈ ਨਾ ਧੋਖਾ, ਸੰਗ ਨਾ ਕੋਈ ਭਈਆ ਬੇਬਾ। ਕਿਸੇ ਨੇ ਸਾਡੇ ਸੰਗ ਨਹੀਂ ਜਾਣਾ। ਪਰਿਵਾਰ ਉਹ ਚਲੋ ਸਾਰੇ ਰਿਸ਼ਤਿਆਂ ਦੀ ਗੱਲ ਕਰੋ, ਕਿਹੜਾ ਪਿਤਾ ਨੇ ਨਾਲ ਨਿਭਣਾ, ਮਾਂ ਨੇ, ਧੀਆਂ ਪੁੱਤਰਾਂ ਨੇ, ਭਰਾਵਾਂ ਨੇ, ਦੋਸਤਾਂ ਮਿੱਤਰਾਂ ਨੇ ਜਾਣਾ ਤੇ ਇਕੱਲਿਆਂ ਨੂੰ ਪੈਣਾ। ਪਰ ਇਹਨੇ ਬਹੁਤ ਵਾਰੀ ਬਚਨ ਕਹੇ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਮਾਲ ਜੋਬਨ ਧਨ ਛੋੜ ਵੇਸਾ, ਧਨ ਜੋਬਨ ਇਹ ਵੀ ਇੱਥੇ ਛੱਡ ਦੇਣਾ। ਜਵਾਨੀ ਵੀ ਨਹੀਂ ਰਹਿਣੀ, ਧਨ ਵੀ ਇੱਥੇ ਪਿਆ ਰਹਿ ਜਾਣਾ। ਛੱਡ ਤੇ ਤੂੰ ਸਭ ਕੁਝ ਜਾਣਾ, ਨਾ ਪਰਿਵਾਰ ਨੇ ਨਾਲ ਜਾਣਾ, ਨਾ ਧਨ ਨੇ, ਨਾ ਜ਼ਮੀਨ ਨੇ। ਕਰਨ ਕਰੀਮ ਨਾ ਜਾਤੋ ਕਰਤਾ। ਕਹਿੰਦੇ ਕਰਨ ਹਾਰ ਨੂੰ ਤੂੰ ਜਾਣਿਆ ਹੀ ਨਹੀਂ। ਤੇਲ ਪੀੜੇ ਜਿਉਂ ਕਹਾਣੀਆਂ, ਫਿਰ ਇਸ ਤਰ੍ਹਾਂ ਤੈਨੂੰ ਸਜ਼ਾ ਮਿਲੀ ਜਿਵੇਂ ਕਹਾਣੀ 'ਚ ਤੇਲ ਕੱਢੇ ਜਾਂਦੇ ਆ, ਉਹ ਤੇਲ ਪੀੜੇ ਜਾਂਦੇ ਆ ਨਾ। ਮਹਾਰਾਜ ਕਹਿੰਦੇ ਫਿਰ ਰੱਬ ਦੇ ਘਰ ਇਹੋ ਜਿਹੀ ਸਜ਼ਾ ਮਿਲੇਗੀ। ਸਤਿਗੁਰੂ ਕਹਿੰਦੇ ਐ ਇਹ ਮੋਹ ਸਭ ਝੂਠ ਹੈ, ਮੋਹ ਕੁਟੰਬ ਸਭ ਕੂੜ ਹੈ। ਕੂੜ ਝੂਠ ਨੂੰ ਕਹਿੰਦੇ ਆ। ਆਸਾ ਕੀ ਵਾਰ 'ਚ ਆਪਾਂ ਬਚਨ ਪੜ੍ਹੇ ਆ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ ਘਰ ਵਾਲਾ, ਕੂੜ ਬੀਬੀ ਘਰ ਵਾਲੀ, ਖੱਪ ਹੋਏ ਖਾਦ, ਕਿਸ ਨਾਲ ਕੀਚੈ ਦੋਸਤੀ, ਸਭ ਜੱਗ ਚੱਲਣ। ਮਹਾਰਾਜ ਕਹਿੰਦੇ ਝੂਠ ਹੈ। ਕਿਹਦੇ ਨਾਲ ਮਿੱਤਰਤਾ ਕਰਦਾ ਹੈ? ਕਿਸੇ ਨੇ ਤੇਰੇ ਨਾਲ ਕੋਈ ਨਹੀਂ ਹੋ ਜਾਣਾ। ਤੁਹਾਨੂੰ ਨਜ਼ਰ ਆਉਣਗੇ, ਕੋਈ ਸਰੀਰ ਚੜ੍ਹਾਈ ਕਰ ਜਾਂਦਾ, ਮੈਨੂੰ ਵੀ ਨਾਲ ਲੈ ਜਾ, ਮੈਨੂੰ ਕੌਣ ਜਾਣਾ ਚਾਹੁੰਦਾ ਹੈ? ਕੋਈ ਨਹੀਂ ਜੇ ਜਾਂਦਾ।
ਵੱਖਰੀ ਗੱਲ ਹੈ ਵੀ ਲੋਕਾਂ ਨੂੰ ਵਿਖਾਵੇ ਵਾਸਤੇ ਬਹੁਤ ਕੁਝ ਹੁੰਦਾ ਹੈ। ਮਹਾਰਾਜ ਕਹਿੰਦੇ ਕੋਈ ਨਹੀਂ ਕਿਸੇ ਦੇ ਨਾਲ ਜਾਂਦਾ। ਮੋਹ ਕੁਟੰਬ ਸਭ ਕੂੜ ਹੈ। ਕੁਟੰਬ ਦਾ ਮੋਹ ਜਿਹੜਾ ਹੈ, ਕਿਸੇ ਨਾਲ ਵੀ ਅਸੀਂ ਮੋਹ ਕਰਦੇ, ਸੰਸਾਰ ਨਾਲ ਕਰ ਲਓ, ਪਰਿਵਾਰ ਨਾਲ ਕਰ ਲਓ, ਜ਼ਮੀਨ ਨਾਲ ਕਰ ਲਓ, ਧਨ ਨਾਲ, ਮਹਾਰਾਜ ਕਹਿੰਦੇ ਕੂੜ ਹੈ। ਕੂੜ ਰਹਿਆ ਪਰ ਲਪਟਾਏ। ਮਹਾਰਾਜ ਕਹਿੰਦੇ ਕੂੜ ਨਾਲ ਹੀ ਮਨੁੱਖ ਲਿਪਟਿਆ ਰਹਿੰਦਾ, ਸਾਰੀ ਜ਼ਿੰਦਗੀ ਝੂਠ ਨਾਲ ਹੀ ਜੁੜਿਆ ਰਹਿੰਦਾ। ਸਰੀਰ ਵੀ ਝੂਠਾ, ਕਿੰਨਾ ਮੋਹ ਕਰਦੇ ਹੁਣ ਆਪਾਂ ਸਰੀਰ ਨਾਲ, ਸਾਨੂੰ ਹੁਣ ਤੇ ਝੂਠਾ ਲੱਗਦਾ ਹੀ ਨਹੀਂ ਹੈ। ਪਰਿਵਾਰ ਵੀ ਝੂਠਾ, ਕਿੰਨਾ ਮੋਹ ਕਰਦੇ ਆ, ਰਾਤ ਕਿਤੇ ਨੀਂਦ ਨਹੀਂ ਆਉਂਦੀ ਹੈ। ਸੰਸਾਰ ਝੂਠਾ ਹੈ, ਰਹਿਣ ਨੂੰ ਸੰਸਾਰ ਤੇ ਵੀ ਬੜਾ ਦਿਲ ਕਰਦਾ ਹੈ। ਅਸੀਂ ਕਹਿੰਦੇ ਅਸੀਂ ਜਾਣਾ ਹੀ ਨਹੀਂ ਹੈ, ਸਾਨੂੰ ਮੌਤ ਆਈ ਨਾ, ਸੰਸਾਰ ਮਿੱਠਾ ਹੈ ਨਾ। ਤੇ ਮਹਾਰਾਜ ਕਹਿੰਦੇ ਐ ਵੀ ਤੂੰ ਧਨ ਇਕੱਤਰ ਕਰਦਾ, ਕੂੜ ਇਕੱਤਰ ਕਰਦਾ, ਇਹ ਧਨ ਵੀ ਫਿਰ ਤੈਨੂੰ ਦੁੱਖ ਦਿੰਦਾ ਹੈ। ਸਿੰਚੈ ਦਰਪ ਦੇ ਦੁੱਖ ਲੋਗ, ਤੈਨੂੰ ਲੋਕ ਵੀ ਦੁੱਖ ਦਿੰਦੇ ਆ, ਪਰਿਵਾਰ ਵੀ ਕਈ ਵਾਰੀ ਦੁੱਖ ਦਿੰਦਾ ਹੈ। ਜਿਹੜਾ ਅੱਜ ਅਸੀਂ ਮੰਨਦੇ ਵੀ ਸ਼ਾਇਦ ਇਹ ਸਾਡੇ ਨਾਲ ਨਿਭੇਗਾ, ਤੇਰੇ ਕਾਜ ਨਾ ਅਵਰਾ ਜੋਗ, ਹੋਰ ਤੇਰੇ ਕੰਮ ਕਿਸੇ ਯੋਗ ਨਹੀਂ ਹੈ। ਭਾਵ ਕਿ ਹੋਰ ਤੇਰੇ ਕੰਮ ਜਿਹੜੇ ਨੇ ਉਹ ਹੋਰ ਧੱਦੇ ਨੇ, ਉਹ ਕਿਸੇ ਅਰਥ ਨਹੀਂ ਹੈ ਜੇ ਤੂੰ ਰੱਬ ਦੀ ਬੰਦਗੀ ਨਹੀਂ ਕਰਦਾ। ਕਰ ਅਹੰਕਾਰ ਹੋਏ ਵਰਤੈ ਅੰਤ, ਕਹਿੰਦੇ 4 ਰੁਪਈਏ ਇਕੱਠੇ ਕਰ ਲੈਣਾ ਫਿਰ ਅਹੰਕਾਰ ਕਰਦਾ ਹੈ, ਸੰਸਾਰ ਵੱਲੋਂ ਰੱਬ ਵੱਲੋਂ ਅੰਨਾ ਹੋ ਕੇ ਵਰਤਦਾ ਹੈ। ਜਮ ਕੀ ਜੀਵੜੀ ਤੂੰ ਅੱਗੇ ਬੰਦ, ਜਮਾਂ ਦੀ ਜੀਵੜੀ ਬੰਨ ਰਿਹਾ ਪਈ, ਭਾਵ ਕਿ ਫਿਰ ਜਮਾਂ ਦੇ ਵਸ ਪਏਗਾ, ਕਿਉਂਕਿ ਕੂੜ ਰਹਿਆ ਲਪਟਾਏ, ਤੂੰ ਕੂੜ ਨਾਲ ਲਿਪਟਿਆ, ਝੂਠ ਨਾਲ ਜੁੜਿਆ ਹੋਇਆ ਹੈ। ਇਹ ਤੇ ਸਭ ਕੁਝ ਝੂਠ ਹੈ, ਜੋ ਕੁਝ ਵੇਖਦਾ ਹੈ ਇਹ ਸੱਚ ਤੇ ਹੈ ਨਹੀਂ ਹੈ, ਇਹ ਸਾਰਾ ਕੂੜ ਦਾ ਪਸਾਰਾ ਹੈ। ਤੇ ਮਹਾਰਾਜ ਕਹਿੰਦੇ ਕੂੜ ਨਾਲ ਜੁੜ ਕੇ ਤੂੰ ਤੁਰ ਜਾਂਦਾ ਭਾਈ ਸੰਸਾਰ ਦੇ ਉੱਪਰੋਂ। ਅਨ ਦਿਨ ਚਿੰਤਾ ਚਿੰਤਵੈ। ਮਹਾਰਾਜ ਕਹਿੰਦੇ ਅਨ ਦਿਨ ਚਿੰਤਾ ਚਿੰਤਵੈ, ਚਿੰਤਾ 'ਚ ਦਿਨ ਰਾਤ ਬਤੀਤ ਕਰਦਾ ਹੈ ਮਨੁੱਖ ਨਾ। ਵੈਸੇ ਕਈਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਹੈ, ਕਈਆਂ ਨੂੰ ਹੋਰ ਕਿਸੇ ਗੱਲ ਦੇ। ਮਹਾਰਾਜ ਕਹਿੰਦੇ ਰੱਬ ਦੀ ਇਬਾਦਤ ਨਾਲ ਜੁੜ, ਬੰਦਗੀ ਨਾਲ ਜੁੜ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲੱਗ ਪਾਏ। ਪਰ ਮਨੁੱਖ ਦਾ ਉਸ ਨਿਕਲ ਰਹੇ ਸਮੇਂ ਤੇ ਵੀ ਪਛਤਾਵਾ ਪਿਆ, ਆਉਣ ਵਾਲੇ ਸਮੇਂ ਦੀ ਵੀ ਚਿੰਤਾ ਲਈ ਬੈਠਾ ਹੈ। ਚਿੰਤਾ ਬੰਦਾ ਹੀ ਫਿਰ ਮਹਾਰਾਜ ਕਹਿੰਦੇ ਹੈ ਇੱਥੋਂ ਤੁਰ ਜਾਂਦਾ ਇੱਕ ਦਿਨ। ਹਰੇਕ ਮਨੁੱਖ ਚਿੰਤਾ ਦੇ ਅੰਦਰ ਹੈ ਜੀ, ਚਿੰਤਾ ਦੀ ਅੱਗ 'ਚ ਸੜ ਰਿਹਾ। ਤਾਂ ਹੀ ਆ ਚਿੰਤਾ ਹੀ ਇੱਕ ਸਾਨੂੰ ਰੋਗੀ ਬਣਾ ਰਹੀ ਹੈ। ਮਹਾਰਾਜ ਕਹਿੰਦੇ ਨੇ ਚਿੰਤਾ ਦਾ ਗ੍ਰਸਿਆ ਚਿਤਾ ਤੇ ਪੈ ਜਾਂਦਾ ਜਾ ਕੇ ਬੜੀ ਜਲਦੀ। ਹਾਂ ਚਿੰਤਾ ਸਾਡੀ ਦੂਰ ਹੋਣੀ ਹੈ ਜਿੱਦਣ ਸਾਨੂੰ ਇਹ ਗੱਲ ਸਮਝ ਆ ਜਾਏਗੀ ਵੀ ਇਹ ਸਭ ਕੁਝ ਝੂਠ ਹੈ। ਜੇ ਗੱਲ ਸਮਝ ਨਹੀਂ ਆਏਗੀ ਫਿਰ ਗੱਲ ਨਹੀਂ ਬਣੇਗੀ। ਇੱਕ ਨਾ ਕਿਸੇ ਸ਼ਹਿਰ ਦੇ ਵਿੱਚ ਨਾ ਸ਼ਾਹੂਕਾਰ ਸੀ, ਉਹ ਸ਼ਾਹੂਕਾਰ ਨੇ ਉਹਦੀ ਪਤਨੀ ਤੇ ਧਨ ਦੌਲਤ ਬਹੁਤ ਹੈ, ਔਰ ਉਹਨਾਂ ਦੇ ਘਰੇ ਔਲਾਦ ਕੋਈ ਨਹੀਂ ਹੈ। ਤੇ ਕੋਈ ਮਹਾਂਪੁਰਖ ਆਏ ਉਹਨਾਂ ਦੇ ਨਗਰ ਦੇ ਅੰਦਰ, ਉਹ ਜਿਹੜੀ ਸ਼ਾਹੂਕਾਰਨੀ ਸੀ ਨਾ ਉਹ ਚਲੀ ਗਈ ਮਹਾਂਪੁਰਖਾਂ ਦੇ ਕੋਲ, ਤੇ ਹੁਣ ਨਾਲ ਦਾਸੀਆਂ ਨੇ ਨੌਕਰਾਨੀਆਂ ਨੇ, ਉਹ ਮਹਾਂਪੁਰਖਾਂ ਦੇ ਕੋਲ ਜਾ ਕੇ ਬੈਠ ਗਈ। ਤੇ ਮਹਾਂਪੁਰਖ ਕਹਿੰਦੇ ਸਭ ਠੀਕ ਹੈ ਨਾ ਬੇਟਾ, ਠੀਕ ਹੈ। ਅੱਖਾਂ 'ਚ ਪਾਣੀ ਆ ਗਿਆ, ਕਹਿੰਦੀ ਜੀ ਨਹੀਂ ਠੀਕ ਨਹੀਂ ਹੈ। ਕਹਿੰਦੇ ਕਿਸ ਗੱਲ ਦੀ ਚਿੰਤਾ ਹੈ? ਵੀ ਸੁਣਿਆ ਤੁਸੀਂ ਸਾਰੇ ਸ਼ਹਿਰ ਤੋਂ ਅਮੀਰ ਬੰਦੇ ਹੋ। ਕਹਿੰਦੀ ਜੀ ਧਨ ਦੀ ਕੋਈ ਕਮੀ ਨਹੀਂ ਹੈ, ਪਰ ਘਰੇ ਔਲਾਦ ਕੋਈ ਨਹੀਂ ਹੈ। ਉਹ ਸਾਧੂ ਹੱਸ ਕੇ ਕਹਿੰਦਾ ਲਓ ਜੀ ਤੁਹਾਡੇ ਘਰੇ ਔਲਾਦ ਹੋਏਗੀ। ਹੁਣ ਬੜੀ ਵੀ ਕਿੰਨੇ ਸਾਲ ਹੋ ਗਏ ਹੁਣ ਵਿਆਹ ਨੂੰ, ਕਿਸੇ ਘਰੇ ਬੱਚਾ ਨਾ ਹੋਵੇ ਤੇ ਕਿਸੇ ਕੋਲੋਂ ਜਾਵੇ ਤੇ ਅੱਗੋਂ ਉਹ ਵੀ ਪੂਰਨ ਮਹਾਂਪੁਰਖ ਕਹਿ ਦੇ ਵੀ ਔਲਾਦ ਹੋਏਗੀ। ਉਹ ਜਿਹੜੀ ਸ਼ਾਹੂਕਾਰ ਨੇ ਬੜੀ, ਜਿਵੇਂ ਉਹਨੂੰ ਅੱਜ ਹੀ ਪੁੱਤਰ ਦੀ ਪ੍ਰਾਪਤੀ ਹੋ ਗਈ ਹੋਵੇ, ਉਹ ਬੜੀ ਖੁਸ਼ ਹੈ ਵੀ ਮਹਾਂਪੁਰਖਾਂ ਨੇ ਬਚਨੇ ਤੇ ਪੂਰਨ ਸਾਧੂ ਇਹਨਾਂ ਦੇ ਬੋਲ, ਉਹ ਬੜੀ ਖੁਸ਼ ਹੁੰਦੀ ਹੈ। ਕਹਿੰਦੀ ਅਗਲੀ ਗੱਲ ਵੀ ਸੁਣੋ, ਜਿੱਦਣ ਤੁਹਾਡੇ ਘਰੇ ਬੱਚੇ ਨੇ ਜਨਮ ਲੈ ਲਿਆ ਨਾ, ਉਸੇ ਦਿਨ ਤੁਹਾਡੇ ਪਤੀ ਨੇ ਸੰਨਿਆਸ ਲੈ ਲੈਣਾ। ਉਹਨੇ ਤੁਹਾਨੂੰ ਛੱਡ ਕੇ ਚਲੇ ਜਾਣਾ, ਘਰ-ਬਾਰ ਛੱਡ ਜਾਣਾ, ਉਹਨੇ ਤਿਆਗ ਜਾਣਾ। ਹੁਣ ਉਹਨੂੰ ਇਹ ਨਹੀਂ ਸਮਝ ਆਉਂਦੀ, ਖੁਸ਼ੀ ਮਨਾਵੇ ਕਿ ਉਹ ਦੁੱਖ, ਇੱਕ ਖੁਸ਼ੀ ਆਉਂਦੀ ਨਾਲ ਦੀ ਨਾਲ ਦੁੱਖ ਵੀ। ਇਹਨੂੰ ਜੀਵਨ ਕਿਹਾ ਰੱਬ ਨੇ ਲਿਖਿਆ, ਵਿਧਾਤਾ ਨੇ ਜੋ ਲਿਖਿਆ ਹੋਣਾ ਉਹ ਹੈ। ਹੁਣ ਉਹ ਹੈਰਾਨ ਹੋ ਗਈ ਵੀ, ਬੜੀ ਦੁਖੀ ਵੀ ਹੋਈ ਵੀ ਹੁਣ ਦੱਸੋ ਪੁੱਤਰ ਮੰਗਾ ਕੇ ਪਤੀ, ਉਹ ਮਹਾਂਪੁਰਖ ਚੁੱਪ ਕਰ ਗਏ।
ਤੇ ਉਹ ਫਿਰ ਮਹਾਂਪੁਰਖ ਬੋਲੇ ਉਹਨੇ ਸਮੇਂ ਨੂੰ ਵੀ ਜੇ ਤੁਸੀਂ ਹੁਣ ਆਖੋ ਨਾ ਵੀ ਪੁੱਤਰ ਨਾ ਆਵੇ, ਪਤੀ ਨਾ ਛੱਡ ਕੇ ਜਾਵੇ, ਐਸਾ ਵੀ ਨਹੀਂ ਹੋਣਾ, ਪੁੱਤਰ ਵੀ ਤੁਹਾਡੇ ਘਰੇ ਆਉਣਾ ਹੀ ਆਉਣਾ ਹੈ। ਰੱਬ ਨੇ ਲਿਖਿਆ ਉਹ ਵਰਤਣ ਵਾਲਾ ਹੈ। ਹੁਣ ਉਹ ਇਸ ਗੱਲ ਦੀ ਚਿੰਤਾ 'ਚ ਵੀ ਹੈ ਵੀ ਜੇ ਪਤੀ ਸੰਨਿਆਸ ਧਾਰਨ ਕਰ ਲਿਆ ਫਿਰ ਪੁੱਤਰ ਦਾ ਵੀ ਉਹ ਕਹਿਣ ਲੱਗੇ ਵੀ ਠੀਕ ਹੈ ਤੁਸੀਂ ਜਾਓ, ਤੇ ਉਹਨੇ ਫਿਰ ਵੀ ਪਤੀ ਬਿਨਾਂ ਕਿਤੇ ਰਾਜ ਭਾਗ ਛੱਡ ਕੇ ਚਲਾ ਜਾਵੇ। ਉਹਨੇ ਬੱਚੇ ਦੀ ਖਬਰ ਆਪਣੇ ਪਤੀ ਨੂੰ ਨਹੀਂ ਦੱਸੀ ਵੀ ਸਾਡੇ ਘਰੇ ਬੱਚੇ ਨੇ ਵੀ ਜਨਮ ਲੈਣਾ। ਉਹ ਜਦੋਂ ਬੱਚਾ ਜਨਮ ਲੈਣ ਤੇ ਆਇਆ ਨਾ, ਉਹਨੇ ਆਪਣੇ ਪਤੀ ਨੂੰ ਕਿਹਾ ਜੀ ਮੈਂ ਕੋਈ 4 ਕੁ ਮਹੀਨੇ ਵਾਸਤੇ ਕਾਂਤ ਦੇ ਵਿੱਚ ਨਾ ਪੁੱਤਰ ਦੀ ਪ੍ਰਾਪਤੀ ਦੀ ਬੰਦਗੀ ਕਰਨਾ ਚਾਹੁੰਦੀ ਹੈ। ਹਾਲਾਂਕਿ ਬੱਚੇ ਨੂੰ ਜਨਮ ਦੇਣ ਵਾਲੀ ਸੀ, ਪਰ ਉਹਨੇ ਆਪਣੇ ਪਤੀ ਤੋਂ ਇਹ ਗੱਲ ਛਪਾਈ ਵੀ ਇਹਨੂੰ ਪਤਾ ਹੀ ਨਾ ਲੱਗੇ ਵੀ ਸਾਡੇ ਘਰੇ ਪੁੱਤਰ ਆਇਆ। ਉਹ ਮਹਾਂਪੁਰਖ ਕਹਿੰਦੇ ਸੀ ਨਾ ਜੇ ਤੁਹਾਡੇ ਪਤੀ ਨੂੰ ਪਤਾ ਲੱਗ ਗਿਆ ਨਾ ਤੁਹਾਡੇ ਘਰੇ ਪੁੱਤਰ ਹੋਇਆ, ਤੁਹਾਡੇ ਪਤੀ ਨੇ ਸੰਨਿਆਸ ਲੈ ਲੈਣਾ। ਉਹਨੇ ਇੱਕ ਥੱਲੇ ਗੁਫਾ ਬਣਾਈ ਹੋਈ ਸੀ, ਗੁਫਾ 'ਚ 4 ਮਹੀਨੇ ਉੱਥੇ ਬੱਚੇ ਦਾ ਜਨਮ ਹੋ ਗਿਆ ਜੀ। ਗੁਫਾ ਦੇ ਅੰਦਰ ਉਹਨੇ ਪਤੀ ਨੂੰ ਦੱਸਿਆ ਹੀ ਨਹੀਂ। ਉਹਨੂੰ ਤੇ ਚਿੰਤਾ ਪਤੀ ਦੀ ਵੀ ਸੀ, ਉਹਨੂੰ ਸ਼ਾਹੂਕਾਰ ਨੇ। ਉਹ ਕਿਤੇ ਉਹਦਾ ਪਤੀ ਘੋੜੇ ਤੋਂ ਬਾਹਰੋਂ ਆਇਆ ਤੇ ਉਹਨਾਂ ਦੇ ਤਲਾਬ ਸੀ ਇੱਕ ਮਹਿਲ ਦੇ ਅੰਦਰ, ਤੇ ਦਾਸੀ ਇੱਕ ਨਿੱਕੇ ਜਿਹੇ ਬੱਚੇ ਦੇ ਕੱਪੜੇ ਧੋ ਰਹੀ ਉੱਥੇ। ਉਹ ਰਾਜੇ ਦੀ ਨਿਗਾਹ ਪੈ ਗਈ, ਕਹਿੰਦਾ ਵੀ ਸਾਡੇ ਮਹਿਲ 'ਚ ਬੱਚਾ ਤੇ ਕੋਈ ਹੈ ਨਹੀਂ, ਕੱਪੜੇ ਉਹ ਹਜੇ ਕੱਲ੍ਹ ਹੀ ਬੱਚੇ ਦਾ ਜਨਮ ਹੋਇਆ। ਉਹ ਨਿੱਕੇ ਜਿਹੇ ਬੱਚੇ ਦੇ ਕੱਪੜੇ ਧੋ ਰਹੀ ਹੈ ਤੇ ਉਹ ਰਾਜੇ ਨੇ ਪੁੱਛ ਲਿਆ, ਕਹਿਣ ਲੱਗਾ ਦਾਸੀ ਇਹ ਕਿਸ ਬੱਚੇ ਦੇ ਕੱਪੜੇ ਹੈ? ਸਾਡੇ ਘਰੇ ਤੇ ਬੱਚਾ ਕੋਈ। ਦਾਸੀ ਉਹਨੂੰ ਬੜੀ ਖੁਸ਼ੀ ਸੀ ਵੀ ਇੰਨੇ ਸਾਲਾਂ ਬਾਅਦ ਬੱਚਾ ਹੋਇਆ। ਉਹਨੇ ਖੁਸ਼ੀ 'ਚ ਉਹ ਤੋਂ ਰਿਹਾ ਨਾ ਗਿਆ ਵੀ ਇੱਕ ਤੇ ਰਾਜਾ ਨਾਮ ਦੇਗਾ। ਉਹਨੇ ਦੱਸ ਦਿੱਤਾ ਜੀ ਤੁਹਾਡੇ ਘਰੇ ਕੱਲ ਪੁੱਤਰ ਦਾ ਜਨਮ ਹੋਇਆ, ਤੁਹਾਡੇ ਘਰੇ ਪੁੱਤਰ ਦਾ ਜਨਮ। ਉਹ ਰਾਜੇ ਦੇ ਬੜੇ, ਉਹ ਕਹਿੰਦਾ ਵੀ ਮੇਰੀ ਪਤਨੀ ਨੇ ਮੇਰੇ ਨਾਲ ਧੋਖਾ ਕੀਤਾ ਹੈ, ਮੇਰੇ ਘਰੇ ਪੁੱਤਰ ਦਾ ਜਨਮ ਇਹਨੇ ਦੱਸਿਆ ਹੀ ਨਹੀਂ। ਉਹ ਆਪਣੀ ਪਤੀ ਨੂੰ ਸਿਣਿਆ ਭੇਜ ਦਿੰਦਾ, ਹੁਣ ਮੇਰੀ ਵੇਟ ਨਾ ਕਰਿਓ, ਬਰਾਗੀ ਹੋ ਗਿਆ। ਤਾਂ ਅੱਗੇ ਕਹਿੰਦਾ ਸੰਸਾਰ ਤੇ ਝੂਠ ਹੈ। ਉਸੇ ਘੋੜੇ ਤੇ ਬੈਠੇ ਨਿਕਲ ਗਿਆ ਜੀ, ਉਹਨੇ ਤਿਆਗ ਲੈ ਲਿਆ। ਮਹਾਂਪੁਰਖਾਂ ਨੇ ਜਿਵੇਂ ਬਚਨ ਕਹੇ ਸਨ, ਉਹ ਤਿਆਗੀ ਹੋ ਗਿਆ। ਫਿਰ ਉਹ ਮਹਾਂਪੁਰਖਾਂ ਕੋਲ ਗਈ, ਕਹਿੰਦੀ ਜੀ ਤੁਹਾਡੇ ਕੋਲ ਸੱਚ ਹੋ ਗਏ। ਮਹਾਂਪੁਰਖਾਂ ਨੇ ਫਿਰ ਪਤਾ ਕੀ ਕਿਹਾ ਉਸ ਬੱਚੇ ਦੀ ਮਾਂ ਨੂੰ, ਕਹਿੰਦੇ ਜਿੱਦਣ ਤੇਰੇ ਪੁੱਤਰ ਨੂੰ ਪਤਾ ਲੱਗ ਗਿਆ ਨਾ ਸੰਸਾਰ ਝੂਠਾ ਹੈ, ਸਾਡੇ ਨੇ ਵੀ ਸਭ ਕੁਝ ਜਾਣਾ ਹੈ। ਜੇ ਤੁਹਾਡੇ ਪੁੱਤਰ ਨੂੰ ਪਤਾ ਲੱਗ ਗਿਆ ਨਾ ਵੀ ਸੰਸਾਰ ਝੂਠਾ ਹੈ, ਸਾਡੇ ਨੇ ਵੀ ਸਭ ਕੁਝ ਜਾਣਾ ਹੈ। ਹੁਣ ਉਹ ਬੜੀ ਚਿੰਤਾ 'ਚ ਹੈ ਵੀ ਮੇਰਾ ਬੱਚਾ ਵੀ ਮੈਨੂੰ ਛੱਡ ਗਿਆ, ਫਿਰ ਮੈਂ ਕੀ ਕਰਨਾ? ਪਤੀ ਵੀ ਛੱਡ ਗਿਆ ਜੇ ਬੱਚੇ ਨੂੰ। ਉਹਨੇ ਫਿਰ ਇੱਕ ਕਮਰਾ ਬਣਾਇਆ ਜੀ, ਸ਼ਾਹੂਕਾਰ ਨੇ ਬੱਚੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬੱਚੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਬੱਚੇ ਨੂੰ ਬੜੀਆਂ ਹੀਰੇ ਲੱਗੇ ਉਸ ਕਮਰੇ ਦੇ ਅੰਦਰ, ਬੜੀਆਂ ਸਹੂਲਤਾਂ। ਨਿੱਕਾ ਜਿਹਾ ਬੱਚਾ ਕੋਮਲ, ਉਹਨੂੰ ਪਤਾ ਵੀ ਨਹੀਂ ਸੀ ਬਾਹਰ ਸੂਰਜ ਨਿਕਲਦਾ ਹੈ। ਉਹਨੂੰ ਇਹ ਵੀ ਨਹੀਂ, ਲਾਈਟ ਨਹੀਂ ਕਦੀ ਉਹਦੀਆਂ ਅੱਖਾਂ ਦੇ ਸਾਹਮਣੇ ਜਗਾਈ। ਸਮਾਂ ਲੰਘਦਾ ਰਿਹਾ, ਬੱਚਾ ਜਵਾਨੀ ਦੇ ਨੇੜੇ ਪਹੁੰਚ ਚੱਲਿਆ ਜੀ। ਹੋਇਆ ਕਿ ਵੀ ਉਸ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ ਨਾ ਕੋਈ ਬਹੁਤ ਕੀਮਤੀ ਗਲੀਚੇ ਨਾਲ ਕੰਬਲ, ਉਹਦੇ ਹੀਰੇ ਲੱਗੇ ਹੋਏ ਸਨ। ਉਹ ਵੇਚਣ ਵਾਸਤੇ ਆਇਆ। ਰਾਜੇ ਨੇ ਉਹਦਾ ਇਨਕਾਰ ਕਰ ਦਿੱਤਾ, ਕਹਿੰਦਾ ਜੀ ਇੰਨਾ ਕੀਮਤੀ ਉਹ ਮੇਰੇ ਕੋਲ ਇੰਨਾ ਰਾਜ ਦੇ ਵਿੱਚ ਪੈਸਾ ਨਹੀਂ, ਨਾਲੇ ਪਰਜਾ ਦਾ ਪੈਸਾ ਹੈ। ਉਹ ਜਿਹੜਾ ਕੱਪੜਾ ਸੀ ਨਾ ਉਹ ਸ਼ਾਹੂਕਾਰ ਨੇ ਆਪਣੇ ਪੁੱਤਰ ਵਾਸਤੇ ਖਰੀਦ ਲਿਆ। ਉਹ ਜਦੋਂ ਖੇਡ ਜੋ ਲਿਖਿਆ ਸੋ ਵਰਤਦਾ, ਜੋ ਰੱਬ ਨੇ ਲਿਖਿਆ ਹੋਣਾ, ਉਹਨੇ ਕੱਪੜਾ ਆਪਣੇ ਪੁੱਤਰ ਵਾਸਤੇ ਖਰੀਦ ਲਿਆ। ਉਸ ਕੱਪੜੇ ਦੀ ਜੁੱਤੀ ਤਿਆਰ ਕਰਕੇ ਆਪਣੇ ਪੁੱਤਰ ਨੂੰ ਪਾਈ। ਬੜਾ ਕੋਮਲ ਸੀ ਕੱਪੜਾ। ਹੁਣ ਬੱਚਾ ਵੀ ਬੜਾ ਕੋਮਲ ਹੈ। ਉਹ ਬੱਚੇ ਦੇ ਪੈਰ 'ਚ ਜੁੱਤੀ ਉਹਦੀ ਪਾਈ। ਉਹ ਜੁੱਤੀ ਕੋਈ ਪੰਛੀ ਚੁੱਕ ਕੇ ਲੈ ਗਿਆ, ਉਹ ਰਾਜੇ ਦੇ ਮਹਿਲਾਂ ਦੇ ਵਿੱਚ ਡਿੱਗ ਪਈ। ਰਾਜੇ ਨੇ ਪੁੱਛਿਆ ਵੀ ਇਹ ਤੇ ਉਹ ਕੱਪੜਾ ਜਿਹੜਾ ਮੈਂ ਨਹੀਂ ਖਰੀਦਿਆ, ਇੰਨਾ ਕੌਣ ਅਮੀਰ ਬੰਦਾ ਸਾਡੇ ਸ਼ਹਿਰ 'ਚ ਜਿੰਨੇ ਦੀ ਇਸ ਕੱਪੜੇ ਦੀਆਂ ਜੁੱਤੀਆਂ ਬਣਾਈਆਂ? ਉਹ ਫਿਰ ਪਤਾ ਕੀਤਾ ਉਹਨਾਂ ਦੇ ਬੰਦੇ ਨੇ, ਕਹਿੰਦੇ ਜੀ ਸ਼ਾਹੂਕਾਰਨੀ ਨੇ ਇਸ ਕੱਪੜੇ ਨੂੰ ਖਰੀਦਿਆ ਸੀ, ਉਹਨੇ ਜੁੱਤੀ ਬਣਾਈ ਹੈ। ਰਾਜਾ ਕਹਿੰਦਾ ਮੈਨੂੰ ਮਿਲਾਓ ਉਹਦੇ ਨਾਲ। ਰਾਜਾ ਆਇਆ, ਉਹਨੂੰ ਫਿਰ ਦੱਸਣਾ ਪਿਆ ਵੀ ਮੇਰਾ ਬੇਟਾ ਹੈ, ਇਹ ਤੇ ਕੋਮਲ ਜੁੱਤੀ ਉਹਦੇ ਵਾਸਤੇ। ਉਹ ਕਹਿੰਦਾ ਮੈਂ ਤੁਹਾਡੇ ਬੱਚੇ ਨੂੰ ਮਿਲਣਾ ਹੈ। ਜਦੋਂ ਉਹ ਬੱਚੇ ਨੂੰ ਮਿਲਣ ਵਾਸਤੇ ਜਾਂਦੇ, ਉੱਥੇ ਆਰਤੀ ਰਾਜੇ ਦੀ ਉਤਾਰੀ ਜਾਂਦੀ, ਦੀਵਾ ਜਗਦਾ, ਬੱਚਾ ਰੋ ਪੈਂਦਾ। ਉਹ ਰਾਜਾ ਪੁੱਛਦੇ ਵੀ ਇਹ ਆਰਤੀ ਮੈਨੂੰ ਵੇਖ ਕੇ ਰੋਇਆ? ਕਹਿਣ ਲੱਗੀ ਤੁਹਾਨੂੰ ਵੇਖ ਕੇ ਨਹੀਂ ਰੋਇਆ, ਅਸਲ ਦੇ ਅੰਦਰ ਅੱਜ ਤੱਕ ਇਹਨੇ ਲਾਈਟ ਬਲਦੀ ਨਹੀਂ ਵੇਖੀ, ਇਹ ਲਾਈਟ ਦੀ ਰੋਸ਼ਨੀ ਇਹਦੀਆਂ ਅੱਖਾਂ 'ਚ ਪਈ ਰੋਇਆ। ਇੱਕ ਰਾਈ ਦਾ ਦਾਣਾ ਉਹਦੇ ਥੱਲੇ ਉਹਦਾ ਵੀ ਦਰਦ ਬਣਾ ਰਿਹਾ। ਜਦੋਂ ਉਹ ਰਾਜੇ ਨੇ ਬੋਲ ਕੇ ਕਹਿਣ ਲੱਗੇ ਇਹ ਸਰੀਰ ਨੇ ਇੱਕ ਦਿਨ ਅੱਗ ਤੇ ਸੜ ਜਾਣਾ, ਇੰਨਾ ਸਰੀਰ ਕੋਮਲ ਨਹੀਂ ਬੰਦੇ ਦਾ ਹੋਣਾ ਚਾਹੀਦਾ। ਉਹ ਨੌਜਵਾਨ ਬੱਚੇ ਦੇ ਕੰਨਾਂ 'ਚ ਬੋਲ ਪਏ, ਉਹ ਵੀ ਆਪਣਾ ਮਹਿਲ ਛੱਡ ਕੇ ਨਿਕਲ ਗਿਆ ਜੀ। ਉਹ ਆਪਣਾ ਮਹਿਲ ਤੇ ਆ ਕੇ ਚਲਾ ਜਾਂਦਾ ਹੈ। ਇਹ ਸੰਸਾਰ ਨਾਸ਼ਵਾਨ ਹੈ। ਮਹਾਰਾਜ ਇਹੀ ਤੇ ਗੱਲ ਅੱਜ ਕਹਿੰਦੇ ਹੈ।
ਮਹਾਰਾਜ ਕਹਿੰਦੇ ਤੂੰ ਕੂੜ 'ਚ ਲਪਟਿਆ ਹੈ। ਜਿੱਦਣ ਬੰਦੇ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਸਾਰਾ ਕੁਝ ਕੂੜ ਹੈ, ਮਨੁੱਖ ਬਰਾਗੀ ਤਿਆਗੀ ਹੋ ਜਾਏਗਾ ਜੀ। ਸਾਨੂੰ ਸਮਝ ਹੀ ਨਹੀਂ, ਅਸੀਂ ਤੇ ਜੁੜੇ ਬੈਠੇ ਹਾਂ। ਦਾਦ ਨੇ ਬਹੁਤ ਵਾਰੀ ਬੇਨਤੀ ਕੀਤੀ, ਦੂਸਰੇ ਕਮਰੇ 'ਚ ਸਾਨੂੰ ਨੀਂਦ ਨਹੀਂ ਆਉਂਦੀ ਹੈ। ਤੇ ਜਿੱਦਣ ਪਤਾ ਲੱਗ ਗਿਆ ਇਹ ਕਮਰਾ ਕਿਹੜਾ ਨਾਲ ਜਾਣਾ, ਇੱਥੇ ਥੋੜੀ ਮੈਂ ਸਾਰਾ ਸਮਾਂ ਸੁੱਤੇ ਰਹਿਣਾ, ਆ ਪਰਿਵਾਰ 'ਚ ਥੋੜੀ ਮੈਂ ਬੈਠੇ ਰਹਿਣਾ। ਇੱਕ ਦਿਨ ਜਿੱਦਣ ਇਸ ਗੱਲ ਦੀ ਸਮਝ ਆ ਗਈ ਫਿਰ ਰੱਬ ਦੀ ਬੰਦਗੀ ਕਰੇਗਾ ਮਨੁੱਖ। ਜਿੱਦਣ ਇਹਦੇ ਨਾਲ ਜੁੜਿਆ ਰਿਹਾ ਫਿਰ ਤੇ ਉਹ ਧਨ ਇਕੱਠਾ ਕਰਨ ਦੀ ਸਾਰੀ ਜ਼ਿੰਦਗੀ ਲੱਗਣੀ ਹੈ। ਇਹ ਗੱਲ ਦੀ ਸਮਝ ਹੁਣ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕਰਨੀ ਹੈ। ਅਸੀਂ ਇਹੀ ਤੇ ਸਮਝ ਪ੍ਰਾਪਤ ਕਰਨ ਵਾਸਤੇ ਆਉਣੇ ਆ। ਹਾਂ, ਸਾਡਾ ਗੁਰੂ ਕਹਿੰਦਾ ਪਰਿਵਾਰ, ਉਹ ਤੇ ਚਲੋ ਹੋਰ ਵੀ ਉਹ ਆਪਣਾ ਘਰ ਛੱਡ ਕੇ, ਸਾਡਾ ਗੁਰੂ ਕਹਿੰਦਾ ਘਰ ਛੱਡਣ ਦੀ ਲੋੜ ਨਹੀਂ ਹੈ, ਮਾਂ ਪਿਓ ਛੱਡਣ ਦੀ ਲੋੜ ਨਹੀਂ ਹੈ, ਘਰੇ ਬੈਠਿਆਂ ਜੋਗੀ ਬਣ ਸਕਦਾ ਤੂੰ। ਹਾਂ, ਇਹ ਗੱਲ ਸਮਝ ਵੀ ਆ ਨਾਸ਼ਵਾਨ ਹੈ ਜੋ ਵੇਖਦਾ ਸੰਸਾਰ ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਨੇ ਮੀਤ ਮਿੱਤਰੇ ਗੱਲ ਜਾਣ ਝੂਠ ਹੈ, ਸੰਸਾਰ ਸੱਚ ਨਹੀਂ ਹੈ। ਸਮਝ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਇਹ ਜੱਗ ਸਾਰਾ ਮੈਂ ਵੀ ਝੂਠਾ, ਆਪ ਝੂਠੇ, ਮਹਿਲ ਮਾੜੀਆਂ ਝੂਠੇ, ਸਾਰਾ ਕੁਝ ਪਦਮ ਸਾਰਾ ਕੁਝ ਝੂਠ ਹੈ। ਇਹ ਗੱਲ ਜਦੋਂ ਸਮਝ ਆਏਗੀ ਮਨੁੱਖ ਬੰਦਗੀ ਚ ਉਧਰ ਜੁੜੇਗਾ। ਫਿਰ ਇਹ ਨਹੀਂ ਹੈਗਾ ਵੀ ਘਰ ਛੱਡਣਾ ਪੈਗਾ। ਮਹਾਰਾਜ ਕਹਿੰਦੇ ਘਰ ਬੈਠਿਆਂ ਜੋਗ ਪਾਈਏ ਸਤਿਗੁਰ ਕੇ ਉਪਦੇਸ਼। ਇੱਥੇ ਮਹਾਰਾਜ ਇਹੀ ਕਹਿੰਦੇ ਕੂੜ ਰਹਿਆ ਲਪਟਾਏ, ਮਨੁੱਖ ਕੂੜ ਦੇ ਵਿੱਚ ਲਪਟਿਆ ਹੋਇਆ ਝੂਠਾ ਜਿਹਾ ਜੀਵਨ ਜਿਉ ਰਿਹਾ ਹੈ ਜੀ। ਮਨ ਦਿਲ ਚਿੰਤਾ ਚਿੰਤਵੈ, ਦਿਨ ਰਾਤ ਚਿੰਤਾ ਚਿੰਤਵਦਾ ਹੈ। ਚਿੰਤਾ ਬਦਾ ਜਾ, ਮਹਾਰਾਜ ਕਹਿੰਦੇ ਚਿੰਤਾ ਚ ਵੱਧਾ ਹੀ ਥੁਚਲਾ ਜਾਂਦਾ ਹੈ। ਉਹ ਕਿਹਾ ਸੀ ਦਾਸ ਨੇ ਇੱਕ ਵਾਰੀ ਅਮਰੀਕਾ ਦਾ ਬੰਦਾ, ਪਤਾ ਨਹੀਂ 10,000 ਕਰੋੜ ਰੁਪਈਆ ਉਹਨੇ ਟੀਚਾ ਸੀ ਮੈਂ ਇਕੱਤਰ ਕਰਨਾ, ਥੋੜੇ ਜਿਹੇ ਘੱਟ ਰਹਿ ਗਏ। ਜਾਣ ਲੱਗੇ ਨੂੰ ਕਿਸੇ ਨੇ ਪੁੱਛ ਲਿਆ ਜੀ ਇੰਨਾ ਧਨ ਕਿਸੇ ਕੋਲ ਨਹੀਂ ਅਮਰੀਕਾ ਦੇ ਅੰਦਰ, ਤੁਹਾਡੀ ਕੋਈ ਇੱਛਾ ਤੇ ਨਹੀਂ ਹੋਏਗੀ ਹੁਣ, ਤੁਸੀਂ ਤੇ ਤ੍ਰਿਪਤ ਹੋ ਗਏ? ਕਹਿਣ ਲੱਗਾ ਜੀ ਨਹੀਂ, ਹਜੇ 2-4 ਕਰੋੜ ਘੱਟ ਹੈ ਜਿੰਨਾ ਕੁ ਸੋਚਿਆ ਸੀ, ਉਹ ਵੀ ਬੰਦਾ ਤ੍ਰਿਪਤ ਨਹੀਂ ਹੈ। ਮਹਾਰਾਜ ਇਹੀ ਗੱਲ ਕਹਿੰਦੇ ਚਿੰਤਾ ਬੱਧਾ ਹੀ ਇੱਥੋਂ ਤੁਰ ਜਾਂਦਾ ਹੈ। ਕਿਸੇ ਨੂੰ ਕਿਸੇ ਗੱਲ ਦੀ ਚਿੰਤਾ ਹੈ। ਕਈਆਂ ਦੇ ਬੱਚੇ ਨਿੱਕੇ, ਜਾਣ ਲੱਗਾ ਬੱਚਿਆਂ 'ਚ ਸੁਰਤ ਚਲੀ ਗਈ, ਇਹ ਕੀ ਕਰਨਗੇ? ਕਈਆਂ ਨੇ ਕੋਠੀ ਪਾਈ, ਮਹਿਲ ਪਾੜੀਆਂ, ਮੈਂ ਛੱਡ ਗਿਆ ਤੇ ਖਾਲੀ ਹੋ ਜਾਣਾ। ਚਿੰਤਾ 'ਚ ਹੀ ਮਨੁੱਖ ਤੁਰ ਜਾਂਦਾ ਹੈ। ਜਮਨ ਮਰਨ ਨਾ ਚੁਕਾਏ, ਮਹਾਰਾਜ ਕਹਿੰਦੇ ਚਿੰਤਾ 'ਚ ਜਦੋਂ ਬੰਦਾ ਜਾਂਦਾ ਫਿਰ ਜਨਮ ਮਰਨ ਦਾ ਗੇੜ ਨਹੀਂ ਖਤਮ ਹੁੰਦਾ। ਜਨਮ ਮਰਨ ਨਾ ਚੁਕੇ, ਜਿੱਧਰ ਸੁਰਤ ਰਹਿ ਜਾਂਦੀ ਉਧਰ ਨੂੰ ਤੁਰ ਜਾਂਦਾ, ਅਗਲਾ ਜਨਮ ਲੈ ਲੈਂਦਾ ਨਾਲ ਦੀ ਨਾਲ ਹੀ। ਸੁਰਤ ਸੰਸਾਰ 'ਚ ਰਹਿ ਗਈ, ਸੰਸਾਰ 'ਚ ਆਏਗਾ। ਜਿੱਦਣ ਸੁਰਤ ਨਿਰੰਕਾਰ 'ਚ ਚਲੀ ਗਈ, ਜਾਣ ਲੱਗਿਆ ਨਿਰੰਕਾਰ ਦੇ ਮਹਿਲ 'ਚ ਦੇਸ਼ 'ਚ ਫਿਰ ਅਸੀਂ ਜਾਣਾ ਹੈ। ਜੇ ਜਾਣ ਲੱਗਿਆ ਸੁਰਤ ਸੰਸਾਰ 'ਚ ਵਾਪਸ ਹੈ ਨਾ, ਵਾਪਸ ਹੀ ਆ ਜਾਣਾ ਅਸੀਂ। ਜੇ ਨਿਰੰਕਾਰ ਦੇ ਦੇਸ਼ 'ਚ ਸੁਰਤ ਗਈ ਹੈ ਤੇ ਫਿਰ ਨਿਰੰਕਾਰ ਦੇ ਘਰ ਹੀ ਸਾਡਾ ਵਾਸਾ ਹੋਏਗਾ। ਫਿਰ ਤੇ ਨਾਨਕ ਬੱਧਾ ਘਰ ਤਾਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਉਸ ਘਰ ਦੇ ਅੰਦਰ ਜਿੱਥੇ ਮਿਰਤ ਮੌਤ ਵੀ ਨਹੀਂ ਤੇ ਬੁਢੇਪਾ ਵੀ ਨਹੀਂ ਹੈ ਜਿੱਥੇ। ਮਹਾਰਾਜ ਕਹਿੰਦੇ ਜੰਮਣ ਮਰਨ ਨਾ ਚੁਕਾਈ, ਕਿਉਂਕਿ ਚਿੰਤਾ ਬੰਦਾ ਇੱਥੋਂ ਤੁਰਦਾ ਹੈ, ਸੰਸਾਰ 'ਚ ਸੁਰਤ ਰਹਿ ਜਾਂਦੀ ਹੈ। ਸੰਸਾਰ 'ਚ ਸੁਰਤ ਰਹਿਣ ਕਰਕੇ ਫਿਰ ਜੰਮਣ ਮਰਨ ਦਾ ਗੇੜ ਖਤਮ ਹੁੰਦਾ ਹੀ ਨਹੀਂ। ਹਉਮੈ ਕਰਮ ਕਮਾਏ, ਫਿਰ ਹਉਮੈ 'ਚ ਪੈ ਕੇ ਕਰਮ ਕਮਾਉਂਦਾ ਹੈ। ਜਿਹਦੇ ਕੋਲ 4 ਰੁਪਈਏ ਉਹਨੂੰ ਹਉਮੈ, ਜਿਹਦੇ ਕੋਲ ਨਹੀਂ ਉਹ ਧਨ ਇਕੱਤਰ ਕਰਨ ਤੇ ਲੱਗਾ ਹੈ। ਤੇ ਮਹਾਰਾਜ ਕਹਿੰਦੇ ਹਉਮੈ ਦਾ ਗਰਸਿਆ ਕਿਹੜਾ ਰੱਬ ਨੂੰ ਮਿਲ ਜਾਂਦਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਹਉਮੈ ਦਾ ਨਾਮ ਨਾਲ, ਨਾਮ ਦੀ ਵਿਰੋਧਤਾ ਹੈ। 2 ਕਿਰਪਾਨਾਂ ਇੱਕ ਮਿਆਨ 'ਚ ਨਹੀਂ ਟਿਕਦੀਆਂ, ਇੱਕ ਸੁਰਤ 'ਚ ਹਉਮੈ ਤੇ ਨਾਮ ਨਹੀਂ ਜੇ ਟਿਕਦਾ। ਸ਼ਬਦ ਤੇ ਹਉਮੈ ਇੱਕ ਥਾਂ ਤੇ ਨਹੀਂ। ਮਹਾਰਾਜ ਕਹਿੰਦੇ ਹਉਮੈ ਜਾਏਗੀ, ਸ਼ਬਦ ਟਿਕੇਗਾ। ਸ਼ਬਦ ਨਹੀਂ ਹਉਮੈ ਵੈਸੇ ਦੂਰ ਕਰਨੀ ਹੈ। ਫਿਰ ਸਦਾ ਵਾਸਤੇ ਨਾਮ ਟਿਕੇਗਾ ਅੰਦਰ। ਨਾਮ ਨੇ ਸਾਨੂੰ ਰੱਬ ਦੇ ਘਰ ਪ੍ਰਵਾਨਗੀ ਦਿਵਾਉਣੀ ਹੈ। ਗੁਰ ਸਰਨਾਏ ਉਪਰੈ, ਹਾਂ, ਗੁਰੂ ਦੀ ਸ਼ਰਨ 'ਚ ਪੈ ਕੇ ਮਨੁੱਖ ਜਿਹੜਾ ਉਹ ਤ੍ਰਿਸ਼ਨਾ ਦੀ ਅੱਗ ਤੋਂ, ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ਜੀ। ਉਹ ਭੁੱਖ ਖਤਮ ਹੋ ਜਾਂਦੀ ਹੈ ਜਦੋਂ ਸੰਤੋਖ ਆ ਗਿਆ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ, ਫਿਰ ਆਪੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਸੰਤੋਖ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜੇ ਕਿਸੇ ਦੇ ਅੰਦਰ ਆ ਜਾਏ। ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ 'ਚ ਪੈ ਕੇ ਮਨੁੱਖ ਬਚ ਜਾਂਦਾ ਹੈ, ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ। ਨਾਨਕ ਲਏ ਛਡਾਏ, ਸਤਿਗੁਰੂ ਕਹਿੰਦੇ ਐ ਵੀ ਗੁਰੂ ਫਿਰ ਉਹਨੂੰ ਛਡਾ ਦਿੰਦਾ ਹੈ। ਆ ਅਸੀਂ ਬੰਧਨਾਂ 'ਚ ਪਏ ਆ ਨਾ, ਬੇੜੀਆਂ ਤੇ ਕੜੀਆਂ ਸਾਨੂੰ ਪਈਆਂ ਹੋਈਆਂ, ਨਜ਼ਰ ਨਹੀਂ ਆਉਂਦੀਆਂ। ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਮਹਾਰਾਜ ਫਿਰ ਭਵ ਸਾਗਰ ਤੋਂ ਜੀਵ ਦੀ ਆਤਮਾ ਨੂੰ ਪਾਰ ਕਰ ਦਿੰਦੇ। ਨਾਨਕ ਲੈ ਛਡਾਏ, ਗੁਰੂ ਬਖਸ਼ ਕੇ ਰੱਬ ਦੇ ਘਰ ਸੁਰਖਰੂ ਕਰਵਾ ਦਿੰਦੇ। ਫਿਰ ਰੱਬ ਦੇ ਘਰ ਮਾਣ ਸਤਿਕਾਰ ਮਿਲਦੇ।